ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। राम जो दाता मुक्त को संत ज पावे नाम, आनंद गुणी निधान गुरु गरीब निवाज जी। सारी संगत गज के बोलो सतनाम श्री वाहेगुरु जी। देशवा पर मोए ऐ शुभ कर्म ते कबहू न करो, ना डरो सो जब जाए करो, निश्चय करे अपनी जीत करो। अरे सिखो अपने ही मन को लाज हम तो जूझ में होती हो धार बड़े हथ ही रन में तर जूझ मरा। बेनती मेरी है बेनती संगते गुरां दिए कह दे वाहेगुरु वाहेगुरु।
नाम खालसे दा पहला आमदा है। लोग अपनी इज्जत ते मार कर दे, एह गैरां दी पत बचावदा है। लैके बाटियों चिनक कुर्बानियां दी, भाजर दुश्मनां नूं फेर पावदा है। वैरी आ जाए जे चढ़ के तरसेम सिंगा, फिर सुक्का ना इधरों जावदा है। मुड़ के सुक्का ना इधरों जावदा है। जड़े चरखड़ी आरिया तीर छड्डे, बंद बंद कटवाए ता खालसे में, इट्टा हड्डियां मिजदा गारा। कौमी महल बनाए ता खालसे ने, शान खालसे दी उच्ची जग नालों, शीश तली टकाए ता खालसे ने। धरती कंबी आसमान भी दौड़ गया, अटक जहे टकाए ता खालसे ने। खालसा निमाणिया दा, खालसा निमाणिया दा, माणिया इस जग उत्ते। खालसा निमाणिया दा, खालसा निमाणिया दा, माणिया इस जग उत्ते। हाँ खालसा ही आसरा है, खालसा ही आसरा है दुखी संसार दा। खालसा ही आसरा है दुखी संसार दा। सिंगा खालसा भेद रब, खालसा भेद रब, नाल बलवंत सिंगा। खालसे तेरी दे सुना, खालसे तेरी दे सुना, फटदा प्यार दा। खालसे तेरी दे सुना, फटदा प्यार दा। खालसे तेरी दे सुना, फटदा प्यार दा। चवर छत्र तखत दे मालक, ਸਮੁੱਚੀ ਮਾਨਵਤਾ ਦੇ ਗਿਆਨ ਦਾਤਾ ਰੱਬੀ ਬਖਸ਼ਾ ਨਾਲ ਸਰਸ਼ਾਰ
ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੱਜ ਬੈਠੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਕਬੀਰ ਸਾਹਿਬ ਦੇ ਸ਼ਲੋਕ ਅਸੀਂ ਗੁਰੂ ਕੀ ਬਾਣੀ ਰਾਹੀਂ ਗੁਰੂ ਕੇ ਗ੍ਰੰਥੀ ਸਿੰਘ ਪਾਸੋਂ ਸਰਵਣ ਕਰਦੇ ਹਾਂ। ਕਬੀਰ ਸਾਹਿਬ ਸੰਸਾਰਕ ਲੋਕਾਂ ਨੂੰ ਇੱਕ ਤਾੜਨਾ ਕਰਦੇ। ਕਬੀਰ ਸਾਹਿਬ ਕਹਿੰਦੇ ਸਾਕਤ ਸੰਗ ਨ ਕੀਜੀਐ ਦੂਰੇ ਜਾਈਏ ਭਾਗ। ਸਾਕਤ ਦਾ ਅਰਥ ਹੈ ਦੁਰਾਚਾਰੀ, ਜਿਹੜਾ ਰੱਬ ਦੀ ਹੋਂਦ ਨੂੰ ਨਾ ਮੰਨਦਾ ਹੋਏ, ਕਹਿੰਦਾ ਹੋਏ ਰੱਬ ਨਾਮ ਦੀ ਕੋਈ ਇਸ ਦੁਨੀਆ ਉੱਤੇ ਵਸਤੂ ਨਹੀਂ, ਰੱਬ ਹੈ ਹੀ ਨਹੀਂ। ਕਬੀਰ ਸਾਹਿਬ ਕਹਿੰਦੇ ਉਹਦਾ ਸੰਗ ਨਾ ਕਰੋ। ਜੇ ਤੁਹਾਨੂੰ ਪਤਾ ਲੱਗ ਜਾਵੇ ਕਿ ਅੱਗੋਂ ਆਉਂਦਾ ਹੈ ਤੇ ਦੂਰੋਂ ਭੱਜ ਜਾਓ, ਉਹਦੇ ਨੇੜੇ ਨਾ ਜਾਓ। ਸਾਕਤ ਸੰਗ ਨ ਕੀਜੀਐ ਦੂਰੇ ਜਾਈਏ ਭਾਗ। ਬਾਸਨ ਕਰੋ ਪਰਸਿਆ ਤੋ ਕੁਛ ਲਾਗੇ ਦਾ। ਕਬੀਰ ਸਾਹਿਬ ਅਗਲੀ ਪੰਕਤੀ ਵਿੱਚ ਕਹਿੰਦੇ ਕਿ ਕਹਿਣ ਦਾ ਭਾਂਡਾ ਕਿੰਨਾ ਵੇਖਣ ਨੂੰ ਸੋਹਣਾ ਲੱਗਦਾ, ਪਰ ਜੇ ਉਹਦੇ ਨਾਲ ਹੱਥ ਮਲੀਏ ਤੇ ਕਾਲਖ ਛੱਡਦਾ ਹੈ। ਸਾਕਤ ਵੇਖਣ ਨੂੰ ਭਾਵੇਂ ਚੰਗਾ ਲੱਗੇ, ਪਰ ਨੇੜੇ ਗਿਆ ਉਹਦੀ ਆਤਮਾ ਨੂੰ ਕਾਲਖ ਲੱਗੀ ਹੁੰਦੀ ਹੈ, ਉਹ ਦੂਜਿਆਂ ਨੂੰ ਵੀ ਲਾ ਦਿੰਦਾ। ਇਸ ਕਰਕੇ ਸਾਖਤ ਕੋਲੋਂ, ਪਾਪੀ ਕੋਲੋਂ, ਦੁਰਾਚਾਰੀ ਕੋਲੋਂ ਦੂਰੀ ਬਣਾ ਕੇ ਰੱਖੋ। ਫਿਰ ਇੱਕ ਸੁਝਾਅ ਦਿੰਦੇ ਨੇ ਕਬੀਰ ਸਾਹਿਬ, ਇੱਥੇ ਤੇ ਸੁਚੇਤ ਕਰਦੇ ਨੇ ਨਾ, ਵਰਜਦੇ ਨਹੀਂ ਵੀ ਆਹ ਕੰਮ ਨਹੀਂ ਕਰਨਾ। ਹੁਣ ਕਬੀਰ ਸਾਹਿਬ ਇੱਕ ਸੁਝਾਅ ਦਿੰਦੇ ਨੇ, ਕਹਿੰਦੇ ਸੰਤ ਕੀ ਗੈਲ ਨਾ ਛੋਡੀਐ, ਰੱਬ ਦੇ ਪਿਆਰੇ ਦਾ ਰਸਤਾ ਨਾ ਛੱਡੋ। ਸੰਤ ਕੀ ਗੈਲ ਨਾ ਛੋਡੀਏ ਮਾਰਗ ਲਾਗਾ ਜਾਓ, ਉਸ ਰਸਤੇ ਤੇ ਤੁਰੇ ਚਲੋ। ਜਦੋਂ ਸੰਤ ਨਾਲ ਮਿਲਾਪ ਪੈਦਾ ਹੋ ਗਿਆ ਨਾ, ਪੇਖਤ ਹੀ ਪਨੀਤ ਹੋਏ। ਪੇਖਤ ਤੋਂ ਭਾਵ ਵੇਖਣਾ, ਪਨੀਤ ਤੋਂ ਭਾਵ ਸਵੱਛ ਹੋ ਜਾਣਾ। ਮੈਲੀ ਆਤਮਾ ਸਾਧੂ ਦੇ ਦਰਸ਼ਨ ਕੀਤਿਆਂ ਸਵੱਛ ਹੋ ਜਾਵੇ। ਪੇਖਤ ਹੀ ਪਨੀਤ ਹੋਏ ਭੇਟਤ ਜਪੀਏ ਨਾਉ। ਵਾਰਤਾਲਾਪ ਕਰਨ ਨਾਲ, ਸਾਧੂ ਦੇ ਬਚਨ ਸੁਣਨ ਨਾਲ ਰੱਬ ਯਾਦ ਆਉਂਦਾ ਹੈ, ਪਰਮੇਸ਼ਰ ਦੀ ਯਾਦ ਵਿੱਚ ਮਨੁੱਖ ਜੁੜ ਜਾਂਦਾ। ਇਸ ਦੇ ਨਾਲ ਨਾਲ ਕਬੀਰ ਸਾਹਿਬ ਨੇ ਇੱਕ ਹੋਰ ਵੀ ਬੜਾ ਵੱਡਾ ਗਿਆਨ ਦਿੱਤਾ ਹੈ ਸਮਾਜ ਦੇ ਲੋਕਾਂ ਨੂੰ। ਖੇਡ ਇੱਥੇ ਆ ਕੇ ਵਿਗੜ ਜਾਂਦੀ ਵੀ ਅਸੀਂ ਬਾਣੀ ਸੁਣਦੇ ਜ਼ਰੂਰ ਹਾਂ, ਪਰ ਬਾਣੀ ਨੂੰ ਸਮਝਦੇ ਨਹੀਂ। ਸਾਡੇ ਵਿੱਚੋਂ ਬਹੁਤਿਆਂ ਨੇ ਸਾਰੀ ਜ਼ਿੰਦਗੀ ਬਾਬਾ ਕਬੀਰ ਜੀ ਦੇ ਸ਼ਲੋਕ ਸਰਵਣ ਕੀਤੇ ਹੋਣਗੇ, ਪਰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਜਦੋਂ ਅਸੀਂ ਸਮਝਾਂਗੇ ਫਿਰ ਚੱਲਾਂਗੇ ਵੀ, ਪਰ ਜੇ ਅਸੀਂ ਸੁਣ ਹੀ ਲਿਆ, ਸਮਝਿਆ ਨਾ, ਤੇ ਚੱਲਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਜਾ ਸਕਦੀ। ਕਬੀਰ ਸਾਹਿਬ ਕਹਿੰਦੇ ਨੇ ਸੰਸਾਰ ਵਿੱਚ ਬਹੁਤ ਘਰਾਣੇ ਨੇ, ਰਾਜੇ ਮਹਾਰਾਜਿਆਂ ਦੇ, ਅਮੀਰਾਂ ਦੇ, ਸ਼ਹਿਜ਼ਾਦਿਆਂ ਦੇ, ਪਰ ਕਹਿੰਦੇ ਜਿਹੜੀ ਕੋਲ ਵਿੱਚ, ਜਿਹੜੇ ਘਰਾਣੇ ਵਿੱਚ ਰੱਬ ਦਾ ਪਿਆਰਾ ਪੈਦਾ ਹੋ ਜਾਵੇ ਨਾ, ਉਹ ਦੁਨੀਆ ਵਿੱਚ ਭਲੀ ਹੁੰਦੀ। ਕਬੀਰ ਸਾਹਿਬ ਕਹਿੰਦੇ ਸੋਈ ਕੋਲ ਭਲੀ, ਜੇ ਕੋਲ ਹਰ ਕੋ ਦਾਸ। ਕੁਲ ਦਾ ਅਰਥ ਤੁਸੀਂ ਨਹੀਂ ਸਮਝਦੇ, ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਬੇਦੀ ਕੋਲ ਵਿੱਚ ਪੈਦਾ ਹੋਏ, ਸਾਰੀ ਬੇਦੀ ਕੋਲ ਹੀ ਭਲੀ ਹੋ ਗਈ। ਗੁਰੂ ਰਾਮਦਾਸ ਮਹਾਰਾਜ ਜੀ ਸੋਢੀ ਕੋਲ ਵਿੱਚ ਪੈਦਾ ਹੋਏ, ਸੋਢੀ ਕੋਲ ਸਤਿਕਾਰਯੋਗ ਹੋ ਗਏ। ਸੋਈ ਕੁਲ ਭਲੀ ਜੇ ਕੁਲ ਹਰ ਕੋ ਦਾਸ। ਉਹ ਕੋਲ ਭਾਗਾਂ ਵਾਲੀ ਹੋ ਜਾਂਦੀ ਹੈ ਜਿੱਥੇ ਰੱਬ ਦਾ ਪਿਆਰਾ ਪੈਦਾ ਹੋ ਜਾਂਦਾ, ਜਿਹੜੀ ਕੋਲ ਵਿੱਚ। ਅਗਲੀ ਪੰਕਤੀ ਵਿੱਚ ਕਹਿੰਦੇ ਨੇ ਜੇ ਕੁਲ ਸਾਧ ਨ ਉਪਜੈ ਸੋ ਕੁਲ ਢਾਕ ਪਲਾਸ। ਜਿਹੜੀ ਕੋਲ ਵਿੱਚ ਰੱਬ ਦਾ ਪਿਆਰਾ ਪੈਦਾ ਨਹੀਂ ਹੁੰਦਾ, ਉਹ ਸਮਝ ਲਓ ਢਾਕ ਪਲਾਸ ਵਰਗੀ ਢਾਲ, ਕਿ ਇੱਕ ਰੁੱਖ ਦਾ ਨਾਮ ਹੈ ਜਿਹਦੇ ਪੱਤੇ ਵੀ ਨਹੀਂ ਕੰਮ ਆਉਂਦੇ, ਹਵਾ ਦੇ ਬੁੱਲਿਆਂ ਨਾਲ ਉੱਡਦੇ ਫਿਰਦੇ। ਤੋਂ ਜਿਹੜੀ ਕੋਲ ਵਿੱਚ ਬਾਬਾ ਜੀ ਪੈਦਾ ਹੋਏ, ਬਾਬਾ ਵੀਰ ਸਿੰਘ ਸਾਹਿਬ, ਗੱਗੋ ਬੂਏ ਵਾਲੇ ਮਹਾਂਪੁਰਸ਼, ਉਹ ਕੋਲੀ ਭਲੀ ਹੋ ਗਈ। ਬਾਬਾ ਜੀ ਨੇ ਗੱਗੋ ਬੂਏ ਨਗਰ ਵਿਖੇ ਆਪਣਾ ਜਨਮ ਲੈ ਕੇ ਉਸ ਪਿੰਡ ਨੂੰ ਹੀ ਸਤਿਕਾਰ ਕਾਇਮ ਕੀਤਾ, ਤੇ ਨਰੰਗਾਬਾਦ ਦੀ ਧਰਤੀ ਤੇ ਉਪਕਾਰ ਕਰਕੇ ਬਾਬਾ ਵੀਰ ਸਿੰਘ ਸਾਹਿਬ ਜੀ ਨੇ ਰੱਬ ਨਾਲੋਂ ਟੁੱਟਿਆਂ ਨੂੰ ਰੱਬ ਨਾਲ ਜੋੜਿਆ, ਔਰ ਇਸ ਧਰਤੀ ਤੇ ਆ ਕੇ ਸ਼ਹਾਦਤ ਦਾ ਜਾਮ ਪੀ ਕੇ ਬਾਬਾ ਜੀ ਨੇ ਇੱਕ ਅਨੋਖੀ ਕੁਰਬਾਨੀ ਕਰਕੇ ਮੋਈ ਕੌਮ ਵੀ ਜੀਵਨ ਪਾ ਦਿੱਤਾ। ਉਹਨਾਂ ਦੀ ਪਾਕ ਪਵਿੱਤਰ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਆਪ ਸਤਿਗੁਰੂ ਦੇ ਪਾਵਨ ਦਰਬਾਰ ਵਿੱਚ ਜੁੜ ਬੈਠੇ ਹੋ। ਭਲੀ ਕੋਲ ਵਿੱਚੋਂ ਬਾਬਾ ਗੁਰਦੇਵ ਸਿੰਘ ਜੀ ਹੋਣਾ ਨੇ, ਉਹਨਾਂ ਦੀ ਬੰਸ ਵਿੱਚੋਂ ਤੁਹਾਡੇ ਸਹਿਯੋਗ ਨਾਲ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਯਤਨ ਕੀਤਾ ਹੈ। ਆਪ ਸਾਰੇ 10 ਸਾਲ ਪਹਿਲਾਂ ਬਾਬਾ ਜੀ ਦੇ ਜੀਵਨ ਬਾਰੇ ਵਿਚਾਰਾ ਸਰਵਣ ਕਰ ਰਹੇ ਸੀ। ਸਾਨੂੰ ਹੁਕਮ ਹੋਇਆ, ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਏ। ਸਾਨੂੰ ਇੱਕ ਹੁਕਮ ਵੀ ਆ ਕਿ ਬਾਬਾ ਜੀ ਦਾ ਜੀਵਨ ਤਾਂ ਅਸੀਂ ਬਾਰ-ਬਾਰ ਸੁਣਿਆ ਹੈ, ਹਰ ਵਾਰੀ ਢਾਡੀ ਜਥੇ, ਕਵੀਸ਼ਰ ਜਥੇ ਬੁਲਾਏ ਜਾਂਦੇ ਨੇ, ਉਹ ਬਾਬਾ ਜੀ ਦੀ ਜੀਵਨੀ ਤੇ ਬੋਲਦੇ ਨੇ। ਅੱਜ ਕੋਈ ਹੋਰ ਸਾਡੇ ਨਾਲ ਇਤਿਹਾਸ ਸਾਂਝਾ ਕੀਤਾ ਜਾ ਸਕੇ, ਤੇ ਜਿਹੜਾ ਪ੍ਰਬੰਧਕ ਵੀਰਾਂ ਨੇ ਹੁਕਮ ਕੀਤਾ ਉਸ ਦਾ ਆਗਾਜ਼ ਕਰਨ ਤੋਂ ਪਹਿਲਾਂ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਸਾਨੂੰ ਹੁਕਮ ਕੀਤਾ ਉਸ ਦੀ ਪਾਲਣਾ ਕਰੀਏ। ਸਾਰੀ ਸਿੱਖ ਸੰਗਤ ਇੱਕ ਆਵਾਜ਼ ਵਿੱਚ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਸੰਤ ਖਾਲਸਾ ਜੀ ਦੇ ਘਰ ਦੇ ਸੇਵਾਦਾਰ ਬਾਬਾ ਆਨੰਦ ਸਿੰਘ ਜੀ ਦੇ ਨਾਮ ਤੇ ਸਿੰਘ ਸਾਹਿਬ ਜੀ ਹੁਣਾਂ ਵੱਲੋਂ ਬਹੁਤ ਸਾਰੀ ਮਾਇਆ ਅਰਦਾਸ ਹੋਈ। ਵਾਹਿਗੁਰੂ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ੇ। ਮੁੱਖ ਸੇਵਾਦਾਰ ਬਾਬਾ ਗੁਰਦੇਵ ਸਿੰਘ ਜੀ ਬਾਬਾ ਜੀ ਦੇ ਵੰਸ਼ ਵਿੱਚੋਂ, ਉਹਨਾਂ ਵੱਲੋਂ ਪਿਆਰ ਸਹਿਤ ਅਸੀਸਾਂ ਦੇ ਰੂਪ ਵਿੱਚ 500 ਰੁਪਏ ਮਾਇਆ ਅਰਦਾਸ ਕਰਾਈ ਗਈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜੀ ਚੜ੍ਹਦੀ ਕਲਾ ਨਾਲ ਸੇਵਾ ਕਰਨ ਦਾ ਬਲ ਬਖਸ਼ਣ। ਜਥੇਦਾਰ ਬਾਬਾ ਰਜਿੰਦਰਪਾਲ ਸਿੰਘ ਜੀ ਮਾਲੂਵਾਲ ਜੋ ਢਾਡੀ ਕਲਾ ਨਾਲ ਬਹੁਤ ਵੱਡਾ ਸਨੇਹ ਰੱਖਦੇ ਨੇ, ਮਾਇਆ ਅਰਦਾਸ ਕਰਾ ਰਹੇ ਨੇ, ਸਤਿਗੁਰੂ ਨਾਮਦਾਨ ਬਖਸ਼ਣ। ਸਾਡੇ ਬਰਖੁਰਦਾਰਾਂ ਦੀ ਦੁਨੀਆ ਵਿੱਚੋਂ ਗੁਰਪ੍ਰਵਾਸੀ ਸਿੱਖ ਜਗਤ ਦੇ ਮਹਾਨ ਢਾਡੀ ਗਿਆਨੀ ਗੁਰਮੇਜ ਸਿੰਘ ਜੀ ਬਾਦਲ, ਉਹਨਾਂ ਦੇ ਪੁੱਤਰੇ ਢਾਡੀ ਲਵਪ੍ਰੀਤ ਸਿੰਘ ਜੀ ਬਾਦਲ, ਉਹਨਾਂ ਵੱਲੋਂ ਬਹੁਤ ਸਾਰੀ ਮਾਇਆ ਅਰਦਾਸ ਹੋਈ। ਕਾਮਯਾਬੀ ਲਈ ਗੁਰੂ ਬਾਬਾ ਜੀ ਦੇ ਪਾਵਨ ਚਰਨਾਂ ਵਿੱਚ ਬਿਨੇ। ਜਥੇਦਾਰ ਅਜੈਬ ਸਿੰਘ ਜੀ ਪੂਰਾ ਕਰੀਮਪੁਰ ਬਹੁਤ ਸਾਰਾ ਪਿਆਰ ਭੇਜ ਰਹੇ ਨੇ। ਬਹਾਦਰ ਸਿੰਘ ਤੇ ਬਚਿੱਤਰ ਸਿੰਘ ਭੰਗਾਲੇ ਵਾਲੇ ਸਾਡੇ ਛੋਟੇ ਵੀਰ ਮਾਇਆ ਅਰਦਾਸ ਕਰਾ ਰਹੇ ਨੇ। ਸਤਿਗੁਰੂ ਚੜ੍ਹਦੀ ਕਲਾ ਦੀ ਦਾਤ ਬਖਸ਼ੇ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਜਦੋਂ ਵੀ ਕਿਤੇ ਗੱਲ ਚੱਲਦੀ ਹੈ, ਸਰੋਤੇ ਜਨ ਸਾਹਮਣੇ ਆਉਂਦੇ ਨੇ ਤੇ ਕਹਿੰਦੇ ਨੇ ਜਾਂ ਖਾਲਸਾ ਰਾਜ ਕਿਵੇਂ ਗਿਆ ਜਾਂ ਖਾਲਸਾ ਰਾਜ ਕਿਵੇਂ ਬਣਿਆ, ਉਸ ਦੀ ਵਾਰਤਾਲਾਪ ਸਾਡੇ ਨਾਲ ਸਾਂਝੀ ਕਰੋ। ਬਣਿਆ ਕਿਵੇਂ ਬਹੁਤ ਲੰਬਾ ਇਤਿਹਾਸ ਹੈ, ਗਿਆ ਕਿਵੇਂ ਇਹ ਵੀ ਬੜਾ ਲੰਬਾ ਇਤਿਹਾਸ ਹੈ। ਜਿਹੜੇ ਮਕਾਨ ਨੂੰ ਬਣਾਉਂਦਿਆਂ ਚਿਰ ਲੱਗਦਾ, ਉਹਨੂੰ ਢਾਉਂਦਿਆਂ ਵੀ ਲੱਗਦਾ। ਖਾਲਸਾ ਰਾਜ ਬਣਾਉਣ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਖਾਲਸਾ ਰਾਜ ਦੀ ਨੀਂਹ ਰੱਖੀ ਸੀ ਤੇ ਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹਦੀਆਂ ਨੀਹਾਂ ਵਿੱਚ ਆਪਣੇ ਜਿਸਮ ਦਾ ਬਲੀਦਾਨ ਦਿੱਤਾ। ਅਨੇਕਾਂ ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ। ਫਿਰ ਜਾ ਕੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੀ ਰਹਿਮਤ ਨਾਲ ਖਾਲਸਾ ਰਾਜ ਸਥਾਪਿਤ ਹੋਇਆ ਤੇ ਖਾਲਸਾ ਰਾਜ ਇੰਨਾ ਵਧੀਆ ਰਾਜ ਸੀ ਜਿਹਦੇ ਰਾਜ ਵਿੱਚ ਕਿਸੇ ਨਾਲ ਧਰਮ ਦਾ ਵਿਤਕਰਾ ਨਹੀਂ ਸੀ, ਅਮੀਰੀ ਤੇ ਗਰੀਬੀ ਦਾ ਪਾੜਾ ਕੋਈ ਨਹੀਂ ਸੀ। ਖਾਲਸਾ ਰਾਜ ਵਿੱਚ ਜੇ ਹਰਮੰਦਰ ਸਾਹਿਬ ਲਈ ਦਾਨ ਕੀਤਾ ਜਾਂਦਾ ਸੀ, ਮਸਜਿਦ ਲਈ ਵੀ ਦਾਨ ਕੀਤਾ ਜਾਂਦਾ। ਜੇ ਮਸਜਿਦ ਲਈ ਦਾਨ ਕੀਤਾ ਜਾਂਦਾ ਸੀ, ਮੰਦਿਰ ਵੀ ਉਸਾਰੇ ਜਾਂਦੇ ਸਨ, ਗਿਰਜੇ ਵੀ ਉਸਾਰੇ ਜਾਂਦੇ ਸਨ। ਮਹਾਰਾਜਾ ਰਣਜੀਤ ਸਿੰਘ ਉਸ ਰਾਜ ਦੇ ਮੁੱਖ ਸੇਵਾਦਾਰ ਬਣੇ। ਮਹਾਰਾਜਾ ਜੀ ਨੇ ਕਦੇ ਨਹੀਂ ਜਿਤਾਇਆ ਵੀ ਮੈਂ ਮਹਾਰਾਜਾ। ਜੇ ਉਹਨਾਂ ਨੂੰ ਪੁੱਛਿਆ ਜਾਂਦਾ ਸੀ ਉਹ ਕਿਆ ਕਰਦੇ ਸਨ, ਰਾਜ ਖਾਲਸੇ ਦਾ ਹੈ, ਮੈਨੂੰ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਇਸ ਦੀ ਸੇਵਾਦਾਰੀ ਥਾਪੀ। ਤੋ ਬਾਬਾ ਵੀਰ ਸਿੰਘ ਸਾਹਿਬ ਜੀ ਦਾ ਖਾਲਸੇ ਰਾਜ ਵਿੱਚ ਬੜਾ ਵੱਡਾ ਸਤਿਕਾਰ ਸੀ। ਬਾਬਾ ਵੀਰ ਸਿੰਘ ਜਦੋਂ ਵੀ ਕਿਸੇ ਸਰਦਾਰ ਨੂੰ ਕਿਸੇ ਕਾਰਨ ਮਹਾਰਾਜਾ ਰਣਜੀਤ ਸਿੰਘ ਆਪਣੀ ਫੌਜ ਵਿੱਚੋਂ ਕੱਢ ਦਿੰਦੇ ਸਨ ਜਾਂ ਉਹਦੀ ਜ਼ਗੀਰ ਖੋਹ ਲਈ ਜਾਂਦੀ ਸੀ ਤੇ ਬਾਬਾ ਵੀਰ ਸਿੰਘ ਚਿੱਠੀ ਲਿਖ ਦਿੰਦੇ ਸਨ। ਮਹਾਰਾਜਾ ਜੀ ਬਿਨਾਂ ਕਿਸੇ ਉਜਰ ਤੋਂ ਉਹ ਸਰਦਾਰ ਦੀ ਜ਼ਗੀਰ ਥੋੜੀ ਜੀ ਵਾਪਸ ਕਰ ਦਿੰਦੇ ਸਨ ਔਰ ਉਸ ਨੂੰ ਅਹੁਦੇ ਤੇ ਬਹਾਲ ਕਰ ਦਿੰਦੇ ਸਨ। ਬੜਾ ਸਤਿਕਾਰ ਕਰਦੇ ਸਨ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਬਾ ਵੀਰ ਸਿੰਘ ਸਾਹਿਬ ਜੀ, ਆਪ ਜੀ ਸਰਵਣ ਕਰ ਚੁੱਕੇ ਹੋਵੋਗੇ ਕਿ ਸ਼ੇਰੇ ਪੰਜਾਬ ਇੱਕ ਵਾਰੀ ਨਰੰਗਾਬਾਦ ਦੀ ਧਰਤੀ ਤੇ ਬਾਬਾ ਵੀਰ ਸਿੰਘ ਕੋਲੇ ਆਇਆ। ਬਾਬਾ ਜੀ ਨੇ ਸ਼ਰਤ ਰੱਖੀ ਸੀ, ਇੱਕ ਤਾਂ ਕਿਸੇ ਘੋੜੇ ਜਾਂ ਹਾਥੀ ਤੇ ਚੜ ਕੇ ਨਹੀਂ ਆਉਣਾ, ਸੇਵਾਦਾਰ ਵਾਂਗ ਆਉਣਾ। ਦੂਜੀ ਗੱਲ ਇਹ ਵੀ ਪੰਗਤ ਵਿੱਚ ਬਹਿ ਕੇ ਲੰਗਰ ਛਕਣਾ ਤੇ ਤੀਜੀ ਗੱਲ ਰਣਜੀਤ ਸਿੰਘਾ ਇਹ ਗੁਰੂ ਕੇ ਘਰ ਵਿੱਚ ਦਾਨ ਨਹੀਂ ਦੇਣਾ, ਜਿਤਾਉਣਾ ਨਹੀਂ ਮੈਂ ਮਹਾਰਾਜਾ। ਮਹਾਰਾਜਾ ਰਣਜੀਤ ਸਿੰਘ ਆਏ, ਦੂਰੋਂ ਹੀ ਬੜੀ ਦੂਰ ਦੀ ਵਿੱਥ ਤੋਂ ਹੀ ਹਾਥੀ ਤੋਂ ਥੱਲੇ ਉਤਰ ਆਏ, ਪੈਰਾਂ ਦਾ ਜੋੜਾ ਉਤਾਰਿਆ ਤੇ ਨੰਗੇ ਪੈਰੀ ਚੱਲ ਕੇ ਬਾਬਾ ਵੀਰ ਸਿੰਘ ਸਾਹਿਬ ਜੀ ਦੇ ਡੇਰੇ ਵਿੱਚ ਆਏ। ਬਾਬਾ ਜੀ ਦੇ ਹੁਕਮ ਮੁਤਾਬਕ ਇਤਾਂ ਨੰਗੇ ਪੈਰੀ ਚੱਲ ਕੇ ਆਇਆ, ਜਿਤਾਇਆ ਨਹੀਂ ਵੀ ਮੈਂ ਬਾਦਸ਼ਾਹ। ਦੂਜੀ ਗੱਲ ਇਹ ਕਿ ਪੰਗਤ ਵਿੱਚ ਬਹਿ ਕੇ ਲੰਗਰ ਛਕਿਆ ਤੇ ਤੀਜੀ ਗੱਲ ਇਹ ਕਿ ਬਾਬਾ ਜੀ ਦੀ ਸੰਗਤ ਮੰਨਣ ਤੋਂ ਬਾਅਦ ਜਦੋਂ ਡੇਰਾ ਵੇਖਿਆ, ਕਾਨਿਆਂ ਦੀਆਂ ਛੰਨਾਂ ਵੇਖੀਆਂ, ਮਹਾਰਾਜਾ ਰਣਜੀਤ ਸਿੰਘ ਦੇ ਜੇਲ੍ਹ ਵਿੱਚ ਆਇਆ। ਬਾਬਾ ਜੀ ਨੂੰ ਬੇਨਤੀ ਕਰਾਂ, ਜੇ ਮੰਨ ਜਾਣ ਤੇ ਥੋੜੀ ਜੀ ਭੇਟਾ ਧਰਾਂ ਤੇ ਡੇਰਾ ਪੱਕਾ ਬਣ ਜਾਏ। ਹੱਥ ਬੰਨ ਕੇ ਕਹਿਣ ਲੱਗੇ, ਬਾਬਾ ਜੀ ਜਿਹੜਾ ਤੁਸੀਂ ਹੁਕਮ ਕੀਤਾ ਮੈਂ ਉਸ ਦੀ ਪਾਲਣਾ ਕੀਤੀ। ਮੈਂ ਬਾਦਸ਼ਾਹ ਬਣ ਕੇ ਨਹੀਂ, ਸੇਵਾਦਾਰ ਬਣ ਕੇ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ, ਜੇ ਥੋੜੀ ਜੀ ਮਾਇਆ ਦੀ ਭੇਟਾ ਲੈ ਲਓ, ਜੇ ਥੋੜੀ ਜੀ ਮਾਇਆ ਸਵੀਕਾਰ ਕਰ ਲਓ, ਆਪਣਾ ਸੇਵਕ ਜਾਣ ਕੇ। ਡੇਰਾ ਛੰਨਾਂ ਦਾ ਬਣਿਆ ਹੋਇਆ ਹੈ, ਡੇਰਾ ਕਾਨਿਆਂ ਦਾ ਬਣਿਆ ਹੋਇਆ, ਡੇਰਾ ਕੱਖ ਕਾਨ ਦਾ ਬਣਿਆ ਹੋਇਆ ਹੈ। ਜੇ ਕਿਤੇ ਭੇਟਾ ਸਵੀਕਾਰ ਕਰ ਲਓ, ਇਹ ਡੇਰਾ ਪੱਕਾ ਬਣ ਜਾਵੇ, ਜਿਹਦੇ ਉੱਤੇ ਨਾ ਮੀਂਹ ਦਾ ਪ੍ਰਭਾਵ ਬਣੇ ਨਾ ਢੇਰੀ ਦਾ ਪ੍ਰਭਾਵ ਪਵੇ, ਸੰਗਤ ਆਰਾਮ ਨਾਲ ਬਹਿ ਸਕੇ ਔਰ ਲੰਗਰ ਪਾਣੀ ਸੁਖਾਲੇ ਤਰੀਕੇ ਨਾਲ ਤਿਆਰ ਹੋ ਸਕੇ। ਬਾਬਾ ਵੀਰ ਸਿੰਘ ਸਾਹਿਬ ਜੀ ਨੇ ਆਖਿਆ, ਓਏ ਰਣਜੀਤ ਸਿੰਘਾ, ਤੈਨੂੰ ਰੱਬ ਨੇ ਸੰਸਾਰ ਤੇ ਰਾਜ ਕਰਨ ਲਈ ਭੇਜਿਆ ਹੈ, ਤੂੰ ਦੁਨੀਆ ਤੇ ਰਾਜ ਕਰ। ਸਾਨੂੰ ਵਾਹਿਗੁਰੂ ਨੇ ਪੰਜਾਂ ਤੇ ਰਾਜ ਕਰਨ ਵਾਸਤੇ ਭੇਜਿਆ, ਅਸੀਂ ਪੰਜਾਂ ਤੇ ਰਾਜ ਕਰ। ਤੇਰੀ ਮਾਇਆ ਅਸੀਂ ਨਹੀਂ ਲੈਣੀ,
ਨਾਂ ਲੈਣ ਦਾ ਕਾਰਨ ਇਹ ਸੀ ਕਿ ਜੇ ਰਾਜਿਆਂ ਦੀ ਮਾਇਆ ਗੁਰਦੁਆਰਿਆਂ ਵਿੱਚ ਲੱਗਣ ਲੱਗ ਪਈ ਤੇ ਗੁਰਦੁਆਰਿਆਂ ਵਿੱਚੋਂ ਕੁਝ ਪ੍ਰਾਪਤ ਨਹੀਂ ਹੋਣਾ ਜਿਹੜਾ ਹੋਣਾ ਚਾਹੀਦਾ। ਬਾਬਾ ਵੀਰ ਸਿੰਘ ਸਾਹਿਬ ਜੀ ਨੇ ਮਾਇਆ ਲੈਣ ਤੋਂ ਇਨਕਾਰ ਕਰ ਦਿੱਤਾ। ਮਹਾਰਾਜਾ ਜੀ ਨਿਮਰਤਾ ਸਹਿਤ ਚਰਨਾਂ ਤੇ ਨਮਸਕਾਰ ਕਰਕੇ ਉੱਠ ਕੇ ਚਲੇ ਗਏ। ਦੂਰ ਜਾ ਕੇ ਹਾਥੀ ਦੀ ਮਾਰੀ ਵਿੱਚ ਸਵਾਰ ਹੋਏ ਤੇ ਲਾਹੌਰ ਚਲੇ ਗਏ। ਇਤਿਹਾਸ ਦੇ ਪੰਨੇ ਦੱਸਦੇ ਨੇੜੇ ਬੈਠੀ ਸੰਗਤ ਨੇ ਆਖਿਆ, ਬਾਬਾ ਜੀ ਮਹਾਰਾਜਾ ਜੀ ਮਾਇਆ ਦੇ ਰਹੇ ਸਨ। ਜਦੋਂ ਹਨੇਰੀ ਆਉਂਦੀ ਹੈ, ਛੰਨਾਂ ਦੇ ਛੱਪਰ ਉੱਡਦੇ ਨੇ, ਬਣਾਈਆਂ ਹੋਈਆਂ ਕਾਨਿਆਂ ਦੀਆਂ ਦੀਵਾਰਾਂ ਡਿੱਗ ਪੈਂਦੀਆਂ ਨੇ, ਮੀਂਹ ਦਾ ਪ੍ਰਭਾਵ ਪੈਂਦਾ ਤੇ ਗੁਰਦੁਆਰਾ ਡੇਰਾ ਸੋਹਣਾ ਬਣ ਜਾਂਦਾ। ਮਹਾਰਾਜਾ ਜੀ ਸੇਵਕ ਬਣ ਕੇ ਸੇਵਾ ਕਰ ਰਹੇ ਸਨ। ਬਾਬਾ ਵੀਰ ਸਿੰਘ ਨੇ ਆਖਿਆ, ਜਦੋਂ ਰਾਜਿਆਂ ਦੀ ਮਾਇਆ ਗੁਰਦੁਆਰਿਆਂ ਵਿੱਚ ਲੱਗਣ ਲੱਗ ਪਵੇ ਤਕਰਾਰ ਪੈਦਾ ਹੋ ਜਾਂਦਾ। ਮੈਂ ਕਈ ਵਾਰੀ ਵਿਚਾਰਦਾ ਵੀ ਬਹੁਤੇ ਗੁਰਦੁਆਰਿਆਂ ਵਿੱਚ ਲੜਾਈ ਦੇਖਣ ਲਈ ਮਿਲਦੀ। ਇੱਥੇ ਨਹੀਂ, ਕੈਨੇਡਾ ਵਰਗੇ ਦੇਸ਼ਾਂ ਵਿੱਚ ਵੀ ਸਰਦਾਰ ਇੱਕ ਦੂਜੇ ਨਾਲ ਲੜਦੇ ਵੇਖੇ ਜਾ ਸਕਦੇ। ਕਾਰਨ ਇਹ ਕਿ ਕਿਸੇ ਦੀ ਹੱਕ ਹਲਾਲ ਦੀ ਕਮਾਈ ਗੁਰਦੁਆਰੇ ਵਿੱਚ ਲੱਗੇ, ਕਿਸੇ ਕਿਰਤੀ ਸਿੱਖ ਦੀ ਲੱਗੇ ਤੇ ਉੱਥੇ ਕਿਸੇ ਤਰ੍ਹਾਂ ਦਾ ਕੋਈ ਫਲਾਵ ਪੈਦਾ ਨਹੀਂ ਹੋਏਗਾ। ਜਦੋਂ 2 ਨੰਬਰ ਦਾ ਪੈਸਾ ਆ ਕੇ ਲੱਗੇਗਾ ਤੇ ਸੱਚੀ ਮੁੱਚੀ ਤਕਰਾਰ ਪੈਦਾ ਹੋ ਜਾਊ। ਹੇਰਾ ਫੇਰੀ ਦਾ ਪੈਸਾ ਘਰ ਲਿਆ ਕੇ ਵੇਖੋ, ਉਹ ਵੀ ਘਰ ਵਿੱਚ ਬਦਫੈਲੀਆਂ ਪੈਦਾ ਕਰ ਦੇਵੇਗਾ। ਕਿਰਤ ਦੀ ਕਮਾਈ ਵਿੱਚ ਬੜਾ ਵੱਡੀ ਸਫਲਤਾ ਤੇ ਵਾਧਾ ਹੁੰਦਾ ਹੈ। ਤੋ ਬਾਬਾ ਜੀ ਨੇ ਆਖਿਆ, ਚਿੰਤਾ ਨਾ ਕਰੋ, ਇਹ ਗੁਰੂ ਨਾਨਕ ਦਾ ਘਰ ਹੈ, ਗੁਰੂ ਨਾਨਕ ਨੇ ਆਪੇ ਉਸਾਰ ਲੈਣਾ। ਇਤਿਹਾਸ ਦੱਸਦਾ ਹੈ ਬਾਬਾ ਜੀ ਨੇ ਸੇਵਾਦਾਰਾਂ ਨੂੰ ਹੁਕਮ ਕੀਤਾ ਵੀ ਆਪਣੇ ਘਰਾਂ ਵਿੱਚੋਂ 5-5 ਇੱਟਾਂ ਪਕਾ ਕੇ ਲਿਆਓ। ਬਾਬਾ ਜੀ ਦੀ ਆਗਿਆ ਪਾ ਕੇ ਸੇਵਾਦਾਰਾਂ ਨੇ ਆਪਣੇ ਘਰਾਂ ਵਿੱਚੋਂ 5-5 ਇੱਟਾਂ ਨਾਨਕਸ਼ਾਹੀ ਪਕਾ ਕੇ ਲਿਆਂਦੀਆਂ ਔਰ ਬਾਬਾ ਜੀ ਨੇ ਡੇਰੇ ਦੀ ਉਸਾਰੀ ਕਰਵਾਈ। ਨਰੰਗਾਬਾਦ ਦੀ ਧਰਤੀ ਤੇ ਬਾਬਾ ਜੀ ਦੇ ਡੇਰੇ ਦਾ ਅੱਜ ਵੀ ਕੁਝ ਹਿੱਸਾ ਦੇਖਣ ਲਈ ਮਿਲ ਰਿਹਾ ਹੈ। ਉੱਥੇ ਕੁਝ ਐਸੇ ਛੋਟੇ-ਛੋਟੇ ਦਰਬਾਰ ਬਣੇ ਨੇ ਜਿਹੜੇ ਬਾਬਾ ਜੀ ਦੀ ਮੌਜੂਦਗੀ ਵਿੱਚ ਬਣੇ ਸਨ ਤੇ ਸੰਗਤ ਵੱਲੋਂ ਘਰਾਂ ਵਿੱਚੋਂ ਲਿਆਂਦੀਆਂ ਹੋਈਆਂ 5-5 ਇੱਟਾਂ ਨਾਲ ਬਣੇ ਸਨ। ਅੰਦਾਜ਼ਾ ਲਾ ਲਓ ਕਿ ਕਿੰਨੇ ਸੇਵਾਦਾਰ ਹੋਣਗੇ ਬਾਬਾ ਜੀ ਦੇ। ਨਾਨਕਸ਼ਾਹੀ 5 ਇੱਟਾਂ ਇੱਕ ਘਰ ਵਿੱਚੋਂ ਬਣ ਕੇ ਆਈਆਂ ਸਨ ਤੇ ਕਿੰਨੀਆਂ ਇੱਟਾਂ ਲੱਗੀਆਂ ਹੋਣਗੀਆਂ ਤੇ ਕਿੰਨੇ ਸੇਵਾਦਾਰ ਹੋਣ। ਤਾਂ ਗੁਰੂ ਕੀ ਸਾਜੀ ਮਾਦੀ ਸਾਧ ਸੰਗਤ, ਬੜਾ ਵੱਡਾ ਬਾਬਾ ਜੀ ਨੇ ਸਿੱਖੀ ਦਾ ਪ੍ਰਤਾਰ ਮਾਝੇ ਦੀ ਧਰਤੀ ਤੇ ਕੀਤਾ। ਇਸ ਦੇ ਨਾਲ ਇੱਕ ਹੋਰ ਕਹਾਣੀ ਬਾਬਾ ਜੀ ਦੀ ਸਾਂਝੀ ਕਰਾਂ। ਬਾਬਾ ਜੀ ਨਿਰਮੋਹ ਕਿੰਨੇ ਸਨ, ਜਣੀ ਮਾਇਆ ਨਾਲ ਮੋਹ ਨਹੀਂ ਸਨ ਕਰਦੇ। ਦੀਵਾਲੀ ਦਾ ਮੇਲਾ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਲੱਗਾ। ਬਾਬਾ ਵੀਰ ਸਿੰਘ ਸਾਹਿਬ ਜੀ ਸੇਵਾਦਾਰਾਂ ਨੂੰ ਨਾਲ ਲੈ ਕੇ ਦੀਵਾਲੀ ਦੇ ਮੇਲੇ ਤੇ ਹਾਜ਼ਰੀ ਭਰਨ ਵਾਸਤੇ ਗਏ। ਜਿੱਥੇ ਜੱਲਿਆਂਵਾਲਾ ਬਾਗ ਹੈ ਨਾ, ਪੰਡਿਤ ਜੱਲੇਵਾਲਾ ਬਾਗ, ਉਹ ਜੱਲਿਆਂਵਾਲੇ ਬਾਗ ਦੀ ਧਰਤੀ ਤੇ ਬਾਬਾ ਜੀ ਨੇ ਟਿਕਾਣਾ ਕੀਤਾ। ਮਹਾਰਾਜਾ ਰਣਜੀਤ ਸਿੰਘ ਵੀ ਆਏ ਸਨ ਦੀਵਾਲੀ ਦਾ ਮੇਲਾ ਵੇਖਣ ਵਾਸਤੇ। ਜਦੋਂ ਪਤਾ ਲੱਗਾ ਬਾਬਾ ਵੀਰ ਸਿੰਘ ਸਾਹਿਬ ਜੀ ਆਏ ਨੇ, ਸ਼ੇਰੇ ਪੰਜਾਬ ਕੁਝ ਕਸ਼ਮੀਰ ਦੇ ਫਲ ਲੈ ਕੇ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ। ਨਮਸਕਾਰ ਕੀਤੀ, ਭੇਟਾ ਹਾਜ਼ਰ ਕੀਤੀ, ਬਾਬਾ ਜੀ ਦੇ ਨੇੜੇ ਬਹਿ ਗਏ। ਬਾਬਾ ਜੀ ਵਿਚਾਰਾਂ ਕਰਦੇ ਰਹੇ, ਸ਼ਬਦ ਦੀ ਵਿਚਾਰ ਚੱਲਦੀ ਰਹੀ, ਢੋਲਕੀ ਛੈਣਿਆਂ ਨਾਲ ਕੀਰਤਨ ਹੁੰਦਾ ਰਿਹਾ। ਸ਼ੇਰੇ ਪੰਜਾਬ ਤੁਰਨ ਲੱਗੇ ਤੇ ਕਹਿਣ ਲੱਗੇ, ਬਾਬਾ ਜੀ ਕੋਈ ਮੇਰੇ ਲਾਇਕ ਸੇਵਾ, ਕੋਈ ਮੈਨੂੰ ਹੁਕਮ। ਤੇ ਬਾਬਾ ਵੀਰ ਸਿੰਘ ਕਹਿਣ ਲੱਗੇ, ਹਾਂ ਰਣਜੀਤ ਸਿੰਘ ਤੈਨੂੰ ਵੀ ਹੁਕਮ। ਕਿਹੜਾ ਹੁਕਮ ਹੈ ਬਾਬਾ ਜੀ? ਮੈਨੂੰ, ਮੈਂ ਖਿੜੇ ਮੱਥੇ ਪ੍ਰਵਾਨ ਕਰਾਂਗਾ। ਬਾਬਾ ਵੀਰ ਸਿੰਘ ਨੇ ਆਖਿਆ, ਰਣਜੀਤ ਸਿੰਘਾ ਤੈਨੂੰ ਇਹੋ ਹੁਕਮ ਹੈ ਕਿ ਜਿੱਥੇ ਅਸੀਂ ਬੈਠੇ ਹੋਈਏ ਨਾ, ਤੂੰ ਸਾਡੀ ਸੰਗਤ ਵਿੱਚ ਨਾ ਆਇਆ ਕਰ। ਸਾਨੂੰ ਰੱਬ ਨਾਲ ਪਿਆਰ ਰੱਖਣ ਵਾਲੇ ਸਾਧੂਆਂ ਦੀ ਲੋੜ ਹੈ, ਗੁਰਮੁਖਾਂ ਦੀ ਲੋੜ ਹੈ, ਸਾਨੂੰ ਮਹਾਰਾਜਿਆਂ ਦੀ ਲੋੜ ਨਹੀਂ। ਗੁਰੂ ਕੀ ਸਾਜੀ ਨਾਜੀ ਸਾਧ ਸੰਗਤ, ਸ਼ੇਰੇ ਪੰਜਾਬ ਨੇ ਮੱਥੇ ਤੇ ਹੱਥ ਮਾਰਿਆ ਤੇ ਜਾਂਦਾ ਜਾਂਦਾ ਕਹਿਣ ਲੱਗਾ, ਓਏ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਉਹ ਮੈਨੂੰ ਡੇਰੇ ਵਿੱਚ ਨਹੀਂ ਵੜਨ ਦਿੰਦੇ, ਲਾਗੇ ਨਹੀਂ ਬਹਿਣ ਦਿੰਦੇ। ਜਿਨ੍ਹਾਂ ਨੂੰ ਮੈਂ ਵੇਖਣਾ ਨਹੀਂ ਚਾਹੁੰਦਾ ਉਹ ਮੇਰੇ ਪਿੱਛਾ ਹੀ ਨਹੀਂ ਛੱਡਦੇ। ਗੁਰੂ ਕੀ ਸਾਜੀ ਨਾਜੀ ਸਾਧ ਸੰਗਤ, ਤਿਆਗਤ ਦੀ ਮੂਰਤ ਸਨ ਬਾਬਾ ਵੀਰ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਇਸ ਪਾਵਨ ਧਰਤੀ ਦੇ ਜ਼ਰੀਆਂ ਨੂੰ ਆਪਣੇ ਖੂਨ ਨਾਲ ਪਵਿੱਤਰ ਕੀਤਾ। ਉਹਨਾਂ ਦੇ ਪਾਵਨ ਸਥਾਨ ਤੇ ਜੁੜ ਬੈਠੇ ਹੋ। ਸਿੱਖ ਰਾਜ ਵੇਲੇ ਸ਼ੇਰੇ ਪੰਜਾਬ ਦੇ ਦਿਲ ਵਿੱਚ ਬਾਬਾ ਜੀ ਦਾ ਬਹੁਤ ਵੱਡਾ ਸਤਿਕਾਰ ਸੀ। ਜਗਤਪੁਰ ਵਾਲੇ ਬਾਬਾ ਜੀ ਦੀ ਗੱਡੀ ਰਸਤੇ ਵਿੱਚ ਲੱਗੀ ਹੈ। ਕਿਸੇ ਸਿੰਘ ਨੇ ਪਿੱਛੇ ਲੱਗੀ ਗੱਡੀ ਕੱਢਣੀ ਹੈ। ਉਹਨਾਂ ਦੇ ਸੇਵਾਦਾਰਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੱਡੀ ਥੋੜੀ ਜਿਹੀ ਪਾਸੇ ਕੀਤੀ ਜਾਵੇ। ਗੁਰੂ ਕੀ ਸਾਜੀ ਮਾਜੀ ਸਾਧ ਸੰਗਤ ਜੀ, ਸ਼ੇਰੇ ਪੰਜਾਬ ਦੇ ਰਾਜ ਦੀ ਗੱਲ ਕਰ ਰਿਹਾ ਸਾਂ, ਨਾਲ ਨਾਲ ਬਾਬਾ ਜੀ ਦੀ ਗੱਲ ਚੱਲ ਰਹੀ ਸੀ। ਸ਼ੇਰੇ ਪੰਜਾਬ ਦੇ ਰਾਜ ਵਿੱਚ ਅੱਜ ਵਾਂਗ ਫੌਜੀ ਭਰਤੀ ਨਹੀਂ ਸਨ ਕੀਤੇ ਜਾਂਦੇ। ਅੱਜ ਤਾਂ ਅਨਾਉਂਸਮੈਂਟ ਹੋ ਜਾਂਦੀ, ਅਖਬਾਰਾਂ ਵਿੱਚ ਖਬਰਾਂ ਆ ਜਾਂਦੀਆਂ ਨੇ, ਅਸੀਂ ਮੋਬਾਈਲ ਕੱਢ ਕੇ ਭਰਤੀ ਵੇਖ ਲੈਂਦੇ ਹਾਂ। ਪਰ ਫੌਜ ਦੀ ਭਰਤੀ ਕਰਨ ਦਾ ਸ਼ੇਰੇ ਪੰਜਾਬ ਦਾ ਅਨੋਖਾ ਜਿਹਾ ਤਰੀਕਾ ਸੀ। ਮਹਾਰਾਜਾ ਜੀ ਬਸੰਤੀ ਰੁੱਤ ਵਿੱਚ ਭਰਤੀ ਕਰਿਆ ਕਰਦੇ ਸਨ ਜਵਾਨਾਂ। ਬਸੰਤੀ ਰੁੱਤ ਤੋਂ ਭਾਵ ਭਈ ਪੋਹ ਮਾਘ ਦੇ ਦਿਨਾਂ ਵਿੱਚ, ਪਤਝੜ ਤੋਂ ਬਾਅਦ ਬਹਾਰ ਆਉਂਦੀ ਹੈ ਤੇ ਦਰਖਤਾਂ ਦੀਆਂ ਟਾਹਣੀਆਂ ਤੇ ਫੁੱਲ ਖਿੜਦੇ ਨੇ, ਉਹਨੂੰ ਬਸੰਤੀ ਮੌਸਮ ਕਿਹਾ ਜਾਂਦਾ ਹੈ। ਦਰਬਾਰ ਸਾਹਿਬ ਵਿੱਚ ਇਹਨਾਂ ਦਿਨਾਂ ਵਿੱਚ ਤੇ ਹੋਰ ਥਾਵਾਂ ਤੇ ਕੀਰਤਨ ਦਰਬਾਰ ਵਿੱਚ ਬਸੰਤ ਰਾਗ ਗਾਇਆ ਜਾਂਦਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਬਸੰਤੀ ਦਰਬਾਰ ਲਾਇਆ ਕਰਦੇ ਸਨ ਔਰ ਬਹਾਰ ਦੇ ਦਿਨਾਂ ਵਿੱਚ ਲਾਹੌਰ ਹਜੂਰੀ ਬਾਗ ਅੰਦਰ ਚਬੂਤਰੇ ਤੇ ਬਹਿ ਜਾਇਆ ਕਰਦੇ ਸਨ।
ਬਾਰਾਂਦਰੀ ਤੇ ਪੰਜਾਬ ਦੀ ਜਵਾਨੀ ਮਹਾਰਾਜਾ ਰਣਜੀਤ ਸਿੰਘ ਦੀਆਂ ਨਜ਼ਰਾਂ ਦੇ ਸਾਹਮਣੇ ਉਹਦੀ ਗੁਜ਼ਰਦੀ। ਮਹਾਰਾਜਾ ਜੀ ਜਵਾਨਾਂ ਦੇ ਜੰਗੀ ਕਰਤੱਵ ਵੇਖਦੇ ਨੇ। ਜਿਹੜਾ ਜਵਾਨ ਮਹਾਰਾਜਾ ਜੀ ਨੂੰ ਭਾ ਜਾਂਦਾ ਹੈ, ਸ਼ੇਰੇ ਪੰਜਾਬ ਆਪਣੀ ਫੌਜ ਵਿੱਚ ਭਰਤੀ ਕਰ ਲੈਂਦੇ ਨੇ। ਜਿਹੜਾ ਥੋੜਾ ਜਿਹਾ ਕਮਜ਼ੋਰ ਜਾਪਦਾ, ਇਹ ਨਹੀਂ ਵੀ ਡਾਂਗਾ ਮਾਰ ਕੇ ਭਜਾ ਦਿੱਤਾ ਜਾਂਦਾ ਹੈ। ਅੱਜ ਤਾਂ ਭਰਤੀ ਵੇਖਣ ਗਏ ਮੁੰਡਿਆਂ ਦੀਆਂ ਵੀ ਲੱਤਾਂ ਬਾਹਾਂ ਤੋੜ ਦਿੱਤੀਆਂ ਜਾਂਦੀਆਂ, ਪਰ ਮਹਾਰਾਜਾ ਜੀ ਉਹ ਜਵਾਨ ਨੂੰ ਅਪਮਾਨਿਤ ਨਹੀਂ ਕਰਦੇ, ਛਾਤੀ ਨਾਲ ਲਾਉਂਦੇ ਨੇ, ਰੱਜਵਾਂ ਪਿਆਰ ਦਿੰਦੇ ਨੇ, ਹੁਕਮ ਕਰ ਦਿੰਦੇ ਨੇ। ਇਹਦੀ ਛਾਤੀ ਛੋੜੀ ਜੀ ਘੱਟ ਚੌੜੀ, ਇਹਦੇ ਡੌਲੇ ਉਹਨੇ ਮਜ਼ਬੂਤ ਨਹੀਂ, ਇਹਦੀਆਂ ਪਿੰਨੀਆਂ ਵਿੱਚ ਛੱਲੀਆਂ ਨਹੀਂ ਪੈਂਦੀਆਂ। ਇਹ ਜਵਾਨ ਨੂੰ ਇੱਕ ਦੁਧਾਰੂ ਮੱਝ ਦਿੱਤੀ ਜਾਵੇ, ਨਾਲ ਕਹਿ ਦਿੰਦੇ ਸਨ ਇੱਕ ਟੀਨ ਦੇਸੀ ਘਿਓ ਦਾ ਇਹਨੂੰ ਦਿੱਤਾ ਜਾਵੇ, ਤੇ ਜਵਾਨ ਨੂੰ ਜਾਣ ਲੱਗੇ ਕਹਿੰਦੇ ਸਨ, ਓਏ ਜਵਾਨਾ ਦੁੱਧ ਪੀ ਕੇ ਘਿਓ ਖਾ ਕੇ ਅਗਲੇ ਬਸੰਤੀ ਦਰਬਾਰ ਵਿੱਚ ਫੇਰ ਆਵੀਂ, ਤੇਰੇ ਸਰੀਰ ਵਿੱਚ ਥੋੜੀ ਜੀ ਘਾਟ ਮਹਿਸੂਸ ਹੋ ਰਹੀ। 1805 ਈਸਵੀ ਦਾ ਬਸੰਤੀ ਦਰਬਾਰ ਸਜਿਆ ਹੋਇਆ। ਮਹਾਰਾਜਾ ਜੀ ਹਜੂਰੀ ਬਾਗ ਅੰਦਰ ਬਾਰਾਂਦਰੀ ਦੇ ਚਬੂਤਰੇ 'ਚ ਬੈਠੇ ਨੇ। ਜਵਾਨ ਸਾਹਮਣੇ ਆਉਂਦੇ ਨੇ, ਤਲਵਾਰ ਦੇ ਜ਼ੋਰ ਵਿਖਾਉਂਦੇ ਨੇ। ਜਿਹੜਾ ਸਰਦਾਰ ਮਹਾਰਾਜਾ ਜੀ ਨੂੰ ਭਾ ਜਾਂਦਾ ਹੈ, ਫੌਜ ਵਿੱਚ ਭਰਤੀ ਕਰ ਲਿਆ ਜਾਂਦਾ ਹੈ। ਜਿਹੜਾ ਕਮਜ਼ੋਰ ਜਾਪਦਾ ਹੈ, ਇਨਵਾਰ ਕਰਕੇ ਤੋੜ ਦਿੱਤਾ ਜਾਂਦਾ ਹੈ। ਇੱਕ ਜਵਾਨ ਆਇਆ, ਕੱਦ ਬਹੁਤਾ ਵੱਡਾ ਨਹੀਂ, ਚੌੜਾ ਮੱਥਾ, ਡਲਕਦੇ ਨੈਣ, ਹਸੋ ਹਸੋ ਕਰਦਾ ਚਿਹਰਾ, ਡੌਲਿਆਂ ਵਿੱਚ ਪੈਂਦੀਆਂ ਛੱਲੀਆਂ, ਖਰਾਸ ਦੇ ਪੁੜ ਜਿਹਦੀ ਚੌੜੀ ਛਾਤੀ, ਉਹਦੀਆਂ ਮਜ਼ਬੂਤ ਪਿੰਜਣੀਆਂ, ਸ਼ੇਰੇ ਪੰਜਾਬ ਦੀਆਂ ਨਜ਼ਰਾਂ ਦੇ ਸਾਹਮਣੇ ਤਲਵਾਰ ਦੇ ਜ਼ੋਰ ਵਿਖਾਉਂਦਾ ਹੋਇਆ ਲੰਘਿਆ। ਜਦੋਂ ਵਾਪਸ ਆਇਆ ਤੇ ਮਹਾਰਾਜਾ ਜੀ ਤੋਂ ਰਿਹਾ ਨਾ ਗਿਆ, ਚਬੂਤਰੇ ਤੋਂ ਥੱਲੇ ਉਤਰ ਆਏ। ਆਉਂਦੇ ਜਵਾਨ ਨੂੰ ਮਹਾਰਾਜਾ ਜੀ ਨੇ ਘੁੱਟ ਕੇ ਛਾਤੀ ਨਾਲ ਲਾਇਆ। ਇਤਿਹਾਸ ਕਹਿੰਦਾ ਹੈ, ਨਰੇਸ਼ ਕੁਮਾਰ ਕੋਹਲੀ ਨੇ ਲਿਖਿਆ ਵੀ ਮਹਾਰਾਜਾ ਜੀ ਨੇ 2 ਸੋਨੇ ਦੇ ਕੰਗਣ ਉਹ ਜਵਾਨ ਦੇ ਹੱਥਾਂ ਵਿੱਚ ਪਾ ਦਿੱਤੇ, ਸੋਨੇ ਦੇ ਕੜੇ ਲਾ ਕੇ ਉਹਦੇ ਹੱਥਾਂ ਵਿੱਚ ਪਾ ਦਿੱਤੇ, ਤੇ ਘੁੱਟ ਕੇ ਛਾਤੀ ਨਾਲ ਲਾ ਕੇ ਆਖਿਆ, ਓਏ ਜਵਾਨਾ ਕਿਹੜੀ ਧਰਤੀ ਨੂੰ ਭਾਗ ਲਾਉਣ ਵਾਲਾ ਹੈ, ਕਿੱਥੇ ਪੈਦਾ ਹੋਇਆ, ਤੇਰੇ ਬਾਪ ਦਾ ਕੀ ਨਾਂ ਹੈ? ਉਹਨੇ ਆਖਿਆ, ਜੀ ਮੇਰੇ ਬਾਪ ਦਾ ਨਾਮ ਸਰਦਾਰ ਗੁਰਦਿਆਲ ਸਿੰਘ ਉੱਪਲ ਹੈ, ਮੈਂ ਗੁਜਰਾਂਵਾਲੇ ਦੀ ਧਰਤੀ ਤੇ ਪੈਦਾ ਹੋਇਆ, ਮਾਪਿਆਂ ਨੇ ਮੇਰਾ ਨਾਮ ਹਰੀ ਸਿੰਘ ਰੱਖਿਆ। ਜਿਹੜੀ ਮਾਲਾ ਵਿੱਚ ਪਰੋਣ ਦਾ ਰੁਤਬਾ ਰੱਖਦਾ ਸੀ, ਸ਼ੇਰੇ ਪੰਜਾਬ ਨੇ ਪਰੋ ਲਿਆ। ਜਣੀ ਮਹਾਰਾਜਾ ਨੇ ਉਹ ਜਵਾਨ ਦੀ ਜਵਾਨੀ ਤੇ ਮੋਹ ਧੋ ਕੇ ਆਪਣਾ ਬਾਡੀਗਾਰਡ ਥਾਪ ਲਿਆ। ਸ਼ਾਇਦ ਤੁਹਾਨੂੰ ਪਤਾ ਨਾ ਹੋਵੇ, ਮੇਰੇ ਦੇਸ਼ ਦਾ ਰਾਸ਼ਟਰਪਤੀ, ਉਹਦੇ ਜਿੰਨੇ ਵੀ ਗਨਮੈਨ ਨੇ ਨਾ ਬਾਡੀਗਾਰਡ, ਉਹ 6 ਫੁੱਟ ਤੋਂ ਉੱਚੇ ਨੇ, 6.5 ਫੁੱਟ ਦੇ ਲਗਭਗ ਜਵਾਨ ਮੇਰੇ ਦੇਸ਼ ਦਾ ਰਾਸ਼ਟਰਪਤੀ ਆਪਣੇ ਨਾਲ ਬਾਡੀਗਾਰਡ ਰੱਖਦਾ ਹੈ, ਤੇ ਉਹ ਬਾਡੀਗਾਰਡ ਲੈ ਕੇ ਵਿਦੇਸ਼ ਵਿੱਚ ਜਾਂਦਾ ਹੈ। ਰਾਸ਼ਟਰਪਤੀ ਦਾ ਕੱਦ ਭਾਵੇਂ ਛੋਟਾ ਹੋਵੇ, ਪਰ ਜਦੋਂ ਨਾਲ ਕੋਈ ਜਵਾਨ ਜਾਂਦਾ ਹੈ ਨਾ 6.5 ਫੁੱਟ ਤੋਂ ਉੱਚਾ, ਤੇ ਵੇਖਣ ਵਾਲੇ ਦੰਗ ਰਹਿ ਜਾਂਦੇ, ਹੈਰਾਨ ਰਹਿ ਜਾਂਦੇ ਵੀ ਭਾਰਤ ਦੇ ਰਾਸ਼ਟਰਪਤੀ ਦੇ ਏਡੇ ਏਡੇ ਜਵਾਨ ਗਨਮੈਨ। ਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਕੱਦ ਕੋਈ ਬਹੁਤਾ ਵੱਡਾ ਨਹੀਂ ਸੀ, ਪਰ ਉਹਨੇ ਇੱਕ ਐਸਾ ਸਰਦਾਰ ਆਪਣੇ ਨਾਲ ਥਾਪਿਆ ਜਿਹਦੇ ਜਿਸਮ ਵਿੱਚ ਅਨੋਖੀ ਕਸ਼ ਸੀ ਤੇ ਜਿਹਦੇ ਬਾਜੂਆਂ ਵਿੱਚ ਬਹੁਤ ਵੱਡੀ ਤਾਕਤ ਸੀ। ਉਹ ਜਵਾਨ ਦੀ ਜਵਾਨੀ ਤੇ ਮੋਹ ਧੋ ਕੇ ਮਹਾਰਾਜਾ ਜੀ ਨੇ ਆਪਣਾ ਬਾਡੀਗਾਰਡ ਥਾਪਿਆ। ਉਹ ਜਵਾਨ ਹਰੀ ਸਿੰਘ ਨੂੰ ਨਾਲ ਲੈ ਕੇ ਸ਼ੇਰੇ ਪੰਜਾਬ ਸ਼ਿਕਾਰ ਖੇਡਣ ਲਈ ਨਿਕਲੇ। ਮਜਮੂਨ ਤੇ ਬੜਾ ਲੰਬਾ ਹੈ, ਜਲਦੀ ਨਾਲ ਅੱਗੇ ਜਾਵਾਂ। ਸ਼ਿਕਾਰ ਖੇਡਦਿਆਂ ਖੇਡਦਿਆਂ ਵਿੱਥ ਪੈ ਗਈ। ਹਰੀ ਸਿੰਘ ਵੱਖਰਾ ਹੋ ਗਿਆ, ਮਹਾਰਾਜਾ ਜੀ ਵੱਖਰਾ ਹੋ ਗਏ। ਹਰੀ ਸਿੰਘ ਉੱਤੇ ਇੱਕ ਝਾੜੀ ਵਿੱਚੋਂ ਖੂੰਖਾਰ ਸ਼ੇਰ ਨੇ ਹਮਲਾ ਕਰ ਦਿੱਤਾ। ਸੰਭਲਣ ਦਾ ਵਕਤ ਨਹੀਂ ਦਿੱਤਾ। ਸ਼ੇਰ ਦੀ ਫੁਰਤੀ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ। ਝਾੜੀ ਵਿੱਚ ਤਾਕ ਲਾ ਕੇ ਬੈਠਾ ਸੀ, ਉਹਦੇ ਕੰਨਾਂ ਵਿੱਚ ਮਰਦ ਦੇ ਪੈਰਾਂ ਦਾ ਖੜਕਾ ਪਿਆ। ਹਰੀ ਸਿੰਘ ਨੂੰ ਪਤਾ ਨਹੀਂ ਲੱਗਾ। ਉਹਨੇ ਛਲਾਂਗ ਲਗਾਈ ਤੇ ਸਰਦਾਰ ਜੀ ਤੇ ਹਮਲਾ ਕਰ ਦਿੱਤਾ। ਸਰਦਾਰ ਜੀ ਨੇ ਵਿਚਾਰਿਆ ਜੇ ਤਲਵਾਰ ਬੇਮਿਆਨ ਕੀਤੀ, ਇਹਦੇ ਤੇਜ਼ ਪੰਦੇ ਜਿਸਮ ਨੂੰ ਪੱਛ ਲਾ ਜਾਣਗੇ। ਉਹਨੇ ਹਮਲਾਵਰ ਸ਼ੇਰ ਨੂੰ ਜਬਾੜੇ ਤੋਂ ਫੜ ਲਿਆ। ਜਬਾੜੇ ਤੋਂ ਫੜ ਕੇ ਬੜੇ ਜ਼ੋਰ ਦੀ ਭੁਆਂਡਣੀ ਦੇ ਕੇ ਧਰਤੀ ਤੇ ਸੁੱਟ ਦਿੱਤਾ। ਸ਼ੇਰ ਧਰਤੀ ਤੇ ਜਾ ਪਿਆ। ਜਿੰਨਾ ਚਿਰ ਨੂੰ ਸ਼ੇਰ ਸੰਭਲ ਕੇ ਫਿਰ ਹਮਲਾ ਕਰਨ ਲਈ ਤਿਆਰ ਹੋਇਆ, ਸਰਦਾਰ ਹਰੀ ਸਿੰਘ ਨੇ ਢਾਲਾ ਢਾਹ ਕੇ ਸੱਜੇ ਹੱਥ ਵਿੱਚ ਤਲਵਾਰ ਫੜ। ਸ਼ੇਰ ਨੇ ਹਮਲਾ ਕੀਤਾ, ਅਗਲੇ ਪੰਜੇ ਹਰੀ ਸਿੰਘ ਨੇ ਢਾਲੇ ਤੇ ਟਿਕਾ ਲਿਆ ਤੇ ਤਲਵਾਰ ਨਾਲ ਐਸਾ ਭਰਵਾਂ ਵਾਰ ਕੀਤਾ ਵੀ ਉਹਨੂੰ ਧਰਤੀ ਤੇ ਸੁੱਟ ਦਿੱਤਾ ਵਾਰ ਕਰ। ਸ਼ੇਰ ਸਹਿਕ ਰਿਹਾ ਸੀ। ਸ਼ੇਰੇ ਪੰਜਾਬ ਦੂਰ ਖਲੋਤੇ ਵੇਖ ਰਹੇ ਸਨ। ਸ਼ੇਰ ਨੇ ਸ਼ੇਰੇ ਪੰਜਾਬ ਦੇ ਵੇਂਦਿਆਂ ਦਮ ਤੋੜ ਦਿੱਤਾ। ਮਹਾਰਾਜਾ ਜੀ ਨੇ ਆਵਾਜ਼ ਦੇ ਕੇ ਆਖਿਆ, ਉਹ ਹਰੀ ਸਿੰਘਾ ਬੇਹੌਸਲਾ ਨਾ ਹੋ, ਤੇਰੀ ਇਮਦਾਦ ਲਈ ਅਸੀਂ ਪਹੁੰਚ ਰਹੇ ਹਾਂ। ਜਦੋਂ ਮਹਾਰਾਜਾ ਜੀ ਨੇੜੇ ਆਏ, ਸਰਦਾਰ ਹਰੀ ਸਿੰਘ ਨੇ ਆਖਿਆ, ਮੇਰੀ ਸਰਕਾਰ ਦਾ ਇਕਬਾਲ ਹੀ ਇੰਨਾ ਉੱਚਾ ਹੈ, ਤੁਹਾਡੀ ਆਮਦ ਤੋਂ ਪਹਿਲਾਂ ਸ਼ੇਰ ਨੇ ਦਮ ਤੋੜ ਦਿੱਤਾ। ਇਤਿਹਾਸ ਦੇ ਪੰਨਿਆਂ ਦੇ ਜ਼ਿਕਰ ਆਉਂਦਾ ਹੈ, ਮਹਾਰਾਜਾ ਜੀ ਨੇ ਸੁਨੇਹਾ ਭੇਜ ਕੇ ਆਪਣਾ ਹਜੂਰੀ ਚਿੱਤਰਕਾਰ ਪੰਡਤ ਬਿਹਾਰੀ ਮੱਲ ਆਪਣੇ ਦਰਬਾਰ ਵਿੱਚੋਂ ਬੁਲਾਇਆ। ਮਰੇ ਹੋਏ ਸ਼ੇਰ ਲਾਗੇ ਸਰਦਾਰ ਹਰੀ ਸਿੰਘ ਦੇ ਸ਼ੇਰ ਦੇ ਸ਼ਿਕਾਰ ਦੀਆਂ 3 ਤਸਵੀਰਾਂ ਬਣਾਈਆਂ। 2 ਸਰਦਾਰ ਹਰੀ ਸਿੰਘ ਨੂੰ ਦੇ ਦਿੱਤੀਆਂ, ਇੱਕ ਸ਼ੇਰੇ ਪੰਜਾਬ ਦੇ ਅੰਤਲੇ ਦਰਬਾਰ ਵਿੱਚ, ਉਸਦੇ ਦਰਬਾਰ ਵਿੱਚ ਲੱਗੀ ਰਹੀ। ਇਤਿਹਾਸ ਕਹਿੰਦਾ ਹੈ, ਯੂਰਪ ਤੋਂ ਇੱਕ ਹੌਨਗ ਬਰਗਰ ਨਾਮ ਦਾ ਇੱਕ ਸੈਲਾਨੀ ਭਾਰਤ ਦੀ ਧਰਤੀ ਤੇ ਆਇਆ, ਖਾਲਸਾ ਰਾਜ ਦੀ ਹੱਦਾਂ ਅੰਦਰ। ਉਹਦਾ ਜੀ ਕੀਤਾ ਹਰੀ ਸਿੰਘ ਦੇ ਦਰਸ਼ਨ ਕਰਾਂ। ਜਦੋਂ ਦਰਸ਼ਨ ਕੀਤੇ ਤੇ ਕਹਿਣ ਲੱਗਾ, ਜੀ ਸੁਣਨ ਵਿੱਚ ਆਇਆ ਤੁਸੀਂ ਸ਼ੇਰ ਦਾ ਸ਼ਿਕਾਰ ਕੀਤਾ ਹੈ।
ਸਰਦਾਰ ਜੀ ਨੇ ਉਹ ਚਿੱਤਰ ਉਸ ਹਾਨਗ ਬਰਗਰ ਨੂੰ ਦੇ ਦਿੱਤਾ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਨਲ ਰਾਜ ਨੇ, ਰਾਜੇ ਨੇ ਸ਼ੇਰ ਦਾ ਸ਼ਿਕਾਰ ਕੀਤਾ ਸੀ। ਮਹਾਰਾਜਾ ਜੀ ਨੇ ਹਰੀ ਸਿੰਘ ਨੂੰ ਨਲੂਏ ਦਾ ਖਿਤਾਬ ਦਿੱਤਾ। ਫਿਰ 20,000 ਰੈਜੀਮੈਂਟ ਦਾ ਸਰਦਾਰ ਬਣਾ ਦਿੱਤਾ ਤੇ ਸ਼ੇਰ ਦੇ ਰੈਜੀਮੈਂਟ ਥਾਪ ਦਿੱਤੀ। ਇਹ ਮਰਤਬਾ ਪਾ ਕੇ ਨਲੂਏ ਸਰਦਾਰ ਨੇ ਕੁਝ ਕਿਲਿਆਂ ਦੀ ਉਸਾਰੀ ਕੀਤੀ। ਕਿਲਾ ਮਿਚਨੀ, ਕਿਲਾ ਬਾੜਾ, ਕਿਲਾ ਸ਼ੰਕਰਗੜ੍ਹ, ਕਿਲਾ ਹਰੀ ਸਿੰਘ, ਕਿਲਾ ਪਿਸ਼ਾਵਰ ਦੇ ਕਿਲੇ ਦੀ ਉਸਾਰੀ ਤੋਂ ਬਾਅਦ ਸਰਦਾਰ ਹਰੀ ਸਿੰਘ ਨਲੂਆ ਪਿਸ਼ਾਵਰ ਦੇ ਇਲਾਕੇ ਵਿੱਚ ਫਿਰ ਰਿਹਾ ਸੀ। ਪਹਾੜਾਂ ਦੇ ਵਿੱਚੋਂ ਦੀ ਇੱਕ ਲੰਘਾ ਸੀ ਜਿਹਨੂੰ ਦर्रा ਖੈਬਰ ਕਿਹਾ ਜਾਂਦਾ। ਦर्रा ਦਾ ਅਰਥ ਹੈ ਲੰਘਾ, ਖੈਬਰ ਦਾ ਅਰਥ ਹੈ ਉੱਥੇ ਕੋਸਤੀਨਾ ਦਾ ਇਲਾਕਾ ਸੀ ਜਿਹਨੂੰ ਖੈਬਰ ਕਿਹਾ ਜਾਂਦਾ। ਉਸ ਦर्रा ਖੈਬਰ ਦੇ ਸਾਹਮਣੇ ਖਲੋਤਾ ਥੇ ਤੇ ਸਰਦਾਰ ਹਰੀ ਸਿੰਘ ਨਲੂਆ ਉਸ ਦर्रा ਖੈਬਰ ਨੂੰ ਵੇਖ ਰਿਹਾ ਸੀ। ਜਿਨ ਵਿੱਚ ਗੱਲਾਂ ਆ ਰਹੀਆਂ ਸਨ, ਇਹ 12.5 ਫੁੱਟ ਦੇ ਲਾਂਘੇ ਥਾਣੀ ਮੇਰੇ ਭਾਰਤ ਨੂੰ ਪੱਛਮੀ ਲਟੇਰੇ ਲੁੱਟਣ ਲਈ ਆਉਂਦੇ ਰਹੇ। ਯਾਦ ਰੱਖਣਾ, ਤੁਸੀਂ ਸਾਰੇ ਜਾਣਦੇ ਹੋ ਕਿ ਪੱਛਮੀ ਲਟੇਰੇ ਉਸ 12.5 ਫੁੱਟ ਦੇ ਲਾਂਘੇ ਥਾਣੀ ਭਾਰਤ ਵਿੱਚ ਦਾਖਲ ਹੁੰਦੇ ਰਹੇ ਔਰ ਲੰਘ ਕੇ ਮੇਰੇ ਦੇਸ਼ ਦੇ ਮੰਦਰਾਂ ਨੂੰ ਤੋੜ ਕੇ ਉਹਨਾਂ ਵਿੱਚੋਂ ਸੋਨਾ ਇਕੱਠਾ ਕਰਕੇ ਲੈ ਕੇ ਜਾਂਦੇ ਰਹੇ ਔਰ ਮੇਰੇ ਦੇਸ਼ ਦੀਆਂ ਜਵਾਨ ਬੱਚੀਆਂ ਨੂੰ ਬੰਨ੍ਹ ਕੇ ਗਜਨੀ ਦੇ ਬਾਜ਼ਾਰਾਂ ਵਿੱਚ ਟਕੇ ਤੇ ਵੇਚਦੇ ਰਹੇ। ਸਰਦਾਰ ਜੀ ਦੇ ਦੇਨ ਵਿੱਚ ਆਇਆ ਇਸ ਲਾਂਘੇ ਨੂੰ ਸਦਾ ਲਈ ਬੰਦ ਕਰ ਦੇਣਾ ਚਾਹੀਦਾ ਹੈ ਤੇ ਬੰਦ ਕਰਨ ਵਾਸਤੇ ਦੀ ਸੁਰੱਖਿਆ ਲਈ ਇਹਦੇ ਸਾਹਮਣੇ ਕਿਲਾ ਉਸਾਰਨਾ ਚਾਹੀਦਾ। ਜਿਹੜੀ ਥੇ ਤੇ ਖਲੋਤੇ ਸਨ ਉਸ ਦੇ ਲਾਗੇ ਇੱਕ ਪਿੰਡ ਸੀ ਜਿਸ ਦਾ ਨਾਮ ਹੈ ਜਮਰੌਦ। ਜਮਰੌਦ ਦਾ ਅਰਥ ਹੈ ਪਾਣੀ ਦਾ ਇਕੱਠ, ਰੌਦ ਦਾ ਨਾਮ ਹੈ ਪਾਣੀ ਦਾ ਇਕੱਠ, ਜਮ ਦਾ ਨਾਮ ਹੈ ਇੱਕ ਬੜਾ ਵੱਡਾ ਤਲਾਬ। ਉਸ ਪਾਣੀ ਦੇ ਇਕੱਠ ਦੇ ਨਾਂ ਤੇ ਬਣੇ ਹੋਏ ਪਿੰਡ ਦੀ ਉੱਚੀ ਥੇ ਉੱਤੇ ਸਰਦਾਰ ਹਰੀ ਸਿੰਘ ਨਲੂਏ ਨੇ ਨੀਰ ਖਵਾ ਕੇ ਕਿਲੇ ਦੀ ਉਸਾਰੀ ਦਾ ਕੰਮ ਆਰੰਭ ਕੀਤਾ। ਇਤਿਹਾਸਕਾਰਾਂ ਨੇ ਜ਼ਿਕਰ ਕੀਤਾ, ਬਾਬਾ ਪ੍ਰੇਮ ਸਿੰਘ ਦੀ ਹੋਤੀ ਮਰਦਾਨ ਕਹਿੰਦੇ ਕਿ ਉਹ ਕਿਲਾ 1 ਮਹੀਨੇ ਵਿੱਚ ਤਿਆਰ ਹੋ ਗਿਆ। ਜਦੋਂ 1 ਮਹੀਨੇ ਵਿੱਚ ਕਿਲਾ ਤਿਆਰ ਹੋ ਗਿਆ, ਉਹਦੇ ਵਿੱਚ ਇੱਕ ਖੂਹ ਵੀ ਲਾਇਆ ਤਾਂ ਕਿ ਲੋੜ ਵੇਲੇ ਕਿਲਤ ਵੇਲੇ ਪਾਣੀ ਦੀ ਵਰਤੋਂ ਕੀਤੀ ਜਾ ਸਕੇ। ਫਿਰ ਤੋਪਾਂ ਦੀ ਸਲਾਮੀ ਦੇ ਕੇ ਉਸ ਕਿਲੇ ਦੀ ਚੱਟ ਕੀਤੀ। ਇਸ ਦੇ ਨਾਲ ਨਾਲ ਉਸ ਕਿਲੇ ਦਾ ਨਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਦੇ ਨਾਮ ਉੱਤੇ ਰੱਖਿਆ। ਬਾਬਾ ਫਤਿਹ ਸਿੰਘ ਦੇ ਨਾਮ ਉੱਤੇ ਕਿਲੇ ਦੀ ਉਸਾਰੀ ਕੀਤੀ ਗਈ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਉਸ ਦੀ ਜ਼ਿੰਮੇਵਾਰੀ ਸਰਦਾਰ ਮਹਾ ਸਿੰਘ ਆਪਣੇ ਪਾਲਤੂ ਪੁੱਤਰ ਨੂੰ ਦੇ ਦਿੱਤੀ। ਜਿਸ ਪੁੱਤਰ ਨੂੰ ਮਤਵਾਨਾ ਬਣਾਇਆ ਸੀ, ਸਰਦਾਰ ਮਹਾ ਸਿੰਘ 1000 ਸਿਪਾਹੀ ਲੈ ਕੇ ਉਸ ਕਿਲੇ ਦੀ ਨਿਗਰਾਨੀ ਕਰ ਰਿਹਾ। ਸੁਭਾਵਕ ਹਰੀ ਸਿੰਘ ਨਲੂਆ ਬਿਮਾਰ ਪੈ ਗਿਆ। ਮਿਰਜ਼ਾ ਸਮੀ ਖਾਨ ਦੋਸਤ ਮੁਹੰਮਦ ਖਾਨ ਦਾ ਭੇਜਿਆ ਹੋਇਆ ਉਸ ਕਿਲੇ ਦੇ ਕਾਬਜ਼ ਹੋਣ ਵਾਸਤੇ ਕਾਬਲ ਤੋਂ 50,000 ਮਲਖਈਆ ਲੈ ਕੇ ਦੋਸਤ ਮੁਹੰਮਦ ਖਾਨ ਦੇ ਪੁੱਤਰਾਂ ਨੂੰ ਨਾਲ ਲੈ ਕੇ 50 ਵੱਡੀਆਂ ਤੋਪਾਂ ਲੈ ਕੇ ਜਮਰੌਦ ਦੇ ਕਿਲੇ ਤੇ ਕਬਜ਼ਾ ਕਰਨ ਵਾਸਤੇ ਆਇਆ। 1837 ਈਸਵੀ ਦੀ 27 ਅਪ੍ਰੈਲ ਨੂੰ ਮੈਦਾਨ ਵਿੱਚ ਆਣ ਉਤਰਿਆ। ਅੰਦਰ 1000 ਦੀ ਗਿਣਤੀ ਸੀ, ਬਾਹਰ ਘੇਰਾ ਸੀ 50,000 ਤੋਂ ਵੱਧ। ਸਰਦਾਰ ਮਹਾ ਸਿੰਘ ਨੇ 1000 ਸਿੰਘਾਂ ਦਾ ਇਕੱਠ ਕੀਤਾ ਤੇ ਸਰਦਾਰ ਮਹਾ ਸਿੰਘ ਸਿੰਘਾਂ ਨੂੰ ਮੁਖਾਤਬ ਹੋ ਕੇ ਕਹਿ ਰਿਹਾ ਹੈ, ਤੁਸੀਂ ਚਮਕੌਰ ਦੇ ਸਾਕੇ ਨੇ ਸੁਣਿਆ ਹੈ, ਚਮਕੌਰ ਦਾ ਸਾਕਾ ਇੱਕ ਵਾਰੀ ਫੇਰ ਜਮਰੌਦ ਦੇ ਮੈਦਾਨ ਵਿੱਚ ਦੁਹਰਾਇਆ ਜਾਵੇਗਾ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੀ ਕਮਾਂਡ ਥੱਲੇ ਸਿੰਘਾਂ ਨੇ ਚਮਕੌਰ ਵਿੱਚ ਜਿੱਤ ਪ੍ਰਾਪਤ ਕੀਤੀ ਸੀ। ਜਮਰੌਦ ਦੇ ਕਿਲੇ ਦਾ ਦਾਈਆ ਵੀ ਸਿਰਾਂ ਨਾਲ ਨਿਭਾਇਆ ਜਾਵੇਗਾ। 1000 ਸਿਪਾਹੀ ਦਾ ਸਿਪਾਹ ਸਲਾਰ ਸਰਦਾਰ ਮਹਾ ਸਿੰਘ ਸਿੰਘਾਂ ਨੂੰ ਮੁਖਾਤਬ ਹੋ ਕੇ ਇਉਂ ਆਖ ਰਿਹਾ, ਮਹਾ ਸਿੰਘ ਸਰਦਾਰ ਲਲਕਾਰ ਕਹਿੰਦਾ, ਸਿੰਘ ਸਰਦਾਰ ਲਲਕਾਰ ਕਹਿੰਦਾ, ਮਹਾ ਸਿੰਘ ਸਰਦਾਰ ਲਲਕਾਰ ਕਹਿੰਦਾ, ਮਹਾ ਸਿੰਘ ਸਰਦਾਰ ਲਲਕਾਰ ਕਹਿੰਦਾ। ਉਹਦੇ ਜੰਗ ਦੇ ਲਈ ਤਿਆਰ ਸਿੰਘ।
ਰਹੇ ਬੰਗਾਰ ਸਿੰਘੋ। ਤੁਸੀਂ ਅੱਜ ਚਮਕੌਰ ਨੂੰ ਯਾਦ ਕਰ ਲੋ। 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 40 ਸਿੰਘ ਤੇ 40 ਸਿੰਘ ਦੁਸ਼ਮਣ ਬੇਸ਼ੁਮਾਰ ਸਿੰਘੋ। ਦਾਇਆ ਸੂਰਮੇ ਦਾ ਸਿਰ ਦੇ ਨਾਲ ਹੁੰਦਾ, ਨਾਲ ਹੁੰਦਾ, ਸਿਰ ਦੇ ਨਾਲ ਹੁੰਦਾ। ਦਾਇਆ ਸੂਰਮੇ ਦਾ ਸਿਰ ਦੇ ਨਾਲ ਹੁੰਦਾ, ਨਾਲ ਹੁੰਦਾ, ਨਾਲ ਹੁੰਦਾ। ਜਿੱਤ ਹਾਰ ਦੀ, ਜਿੱਤ ਹਾਰ ਦੀ ਜਾਣੇ ਕਰਤਾਰ ਸਿੰਘੋ। ਸੀਤਲ ਫੇਰਿਆ ਜੀਤ ਜੂਝਾਰ ਵਾਲੀ। ਫੇਰਿਆ ਜੀਤ ਜੂਝਾਰ ਵਾਲੀ। ਸੀਤਲ ਫੇਰਿਆ ਜੀਤ ਜੂਝਾਰ ਵਾਲੀ। ਸੀਤਲ ਫੇਰਿਆ ਜੀਤ ਜੂਝਾਰ ਵਾਲੀ। ਦੁਨੀਆ ਵਿੱਚ ਵੀ, ਦੁਨੀਆ ਵਿੱਚ ਦੁਹਰਾ ਦਿਓ ਵਾਰ ਸਿੰਘੋ। ਦੁਨੀਆ ਵਿੱਚ ਦੁਹਰਾ ਦਿਓ ਵਾਰ ਸਿੰਘੋ। ਫੌਜਾਂ ਦੀ ਗਿਣਤੀ ਚਾਹੇ ਥੋੜੀ ਹੋਵੇ ਚਾਹੇ ਜ਼ਿਆਦਾ ਹੋਵੇ, ਫੌਜਾਂ ਨੂੰ ਚਲਾਉਣ ਵਾਲੇ ਸਰਦਾਰ ਤੇ ਨਿਰਭਰ ਕਰਦੀ। ਜੂਨ 1984 ਦਾ ਸਾਕਾ ਵਾਪਰਿਆ। ਇੱਕ ਪਾਸੇ ਭਾਰਤ ਦੇਸ਼ ਦੀਆਂ ਫੌਜਾਂ ਤੇ ਇੱਕ ਪਾਸੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਅਗਵਾਈ ਵਿੱਚ ਥੋੜੇ ਜਿਹੇ ਸਿੰਘ ਫੌਜਾਂ ਦੇ ਛੱਕੇ ਛੁਡਾ ਦੇਣੇ ਔਰ ਚਮਕੌਰ ਦਾ ਇਤਿਹਾਸ ਦੁਹਰਾ ਦੇਣਾ। ਇਸ ਦਾ ਕਾਰਨ ਹੈ ਕਿ ਜਿਹੜਾ ਜਰਨੈਲ ਇਸ ਫੌਜਾਂ ਦੀ ਅਗਵਾਈ ਕਰ ਰਿਹਾ ਹੈ ਉਹ ਮੌਤ ਤੋਂ ਨਹੀਂ ਡਰਦਾ। ਉਹਦੀ ਕਥਨੀ ਕਰਨੀ ਵਿੱਚ ਅੰਤਰ ਨਹੀਂ। ਉਹ ਜ਼ਿੰਦਗੀ ਨਾਲ ਪਿਆਰ ਨਹੀਂ, ਆਪਣੇ ਗੁਰਧਾਮ ਨਾਲ ਮੁਹੱਬਤ ਕਰਦਾ। ਕੌਮ ਉਦੋਂ ਹਾਰਦੀ ਹੈ ਜਦੋਂ ਜਰਨੈਲ ਗੋਡੇ ਟੇਕਦੇ ਨੇ। 1000 ਸਿਪਾਹੀ ਜਮਰੌਦ ਦੇ ਕਿਲੇ ਵਿੱਚ ਮੌਜੂਦ ਹੈ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਬਾਹਰ 50,000 ਦਾ ਘੇਰਾ, ਪਰ 1000 ਦਾ ਸਿਪਾਹ ਸਲਾਰ ਹੈ ਸਰਦਾਰ ਮਹਾ ਸਿੰਘ। ਲਲਕਾਰ ਕੇ ਆਖਦਾ, ਉਹ ਮੇਰੀ ਕੌਮ ਦੇ ਜਥੇਦਾਰੋ, ਜਿੱਤਾਂ ਬਹੁ ਗਿਣਤੀ ਨਾਲ ਨਹੀਂ ਜਿੱਤੀਆਂ ਜਾਂਦੀਆਂ। ਪਸਲੀਆਂ ਦੀ ਛੱਤ ਥੱਲੇ ਦਿਲ ਵਿੱਚ ਤਾਕਤ ਉਹਦੇ ਫਿਰ ਜਿੱਤਾਂ ਜਿੱਤੀਆਂ ਜਾਂਦੀਆਂ। ਦੁਸ਼ਮਣ ਬਹੁ ਗਿਣਤੀ ਨਾਲ ਚੜ ਕੇ ਆਇਆ, ਉਹਨਾਂ ਦੇ ਦਿਲ ਵਿੱਚ ਭੁਲੇਖਾ ਕਿ ਜਮਰੌਦ ਦੇ ਕਿਲੇ ਦੇ ਅਸੀਂ ਕਾਬਜ ਹੋ ਜਾਵਾਂਗੇ। ਪਰ ਜਿੰਨਾ ਚਿਰ ਸਾਡੀਆਂ ਰਗਾਂ ਵਿੱਚ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦਾ ਬਖਸ਼ਿਆ ਹੋਇਆ ਖੂਨ ਦੌੜਦਾ ਹੈ, ਅਸੀਂ ਜਮਰੌਦ ਦੇ ਕਿਲੇ ਦੇ ਲਾਗੇ ਦੁਸ਼ਮਣ ਨੂੰ ਢੁਕਣ ਨਹੀਂ ਦੇਵਾਂਗੇ। ਚਮਕੌਰ ਦੇ ਇਤਿਹਾਸ ਨੂੰ ਇੱਕ ਵਾਰੀ ਫੇਰ ਜਮਰੌਦ ਦੇ ਮੈਦਾਨ ਵਿੱਚ ਦੁਹਰਾਇਆ ਜਾਵੇਗਾ। ਸਰਦਾਰ ਦੀ ਰਸਨਾ ਤੋਂ ਇਹ ਸ਼ਬਦ ਸੁਣ ਕੇ ਜੈਕਾਰਿਆਂ ਦੀ ਗੂੰਜ ਨਾਲ ਜਮਰੌਦ ਦਾ ਕਿਲਾ ਗੂੰਜ ਉੱਠਿਆ। ਆਖਿਆ, ਜਾਂਦੀ ਜਾਣੇ ਦੁਸ਼ਮਣ ਦਾ ਮੁਕਾਬਲਾ ਕਰਾਂਗੇ। ਸ਼ਹਾਦਤ ਦਾ ਜਾਮ ਪੀ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਵਿੱਚ ਜਾਓ। ਅਗਲੇ ਦਿਨ ਦਾ ਚੜਾਅ ਹੋਇਆ। ਮਿਰਜ਼ਾ ਸਮੀ ਖਾਨ ਨੇ ਆਤਮ ਸਮਰਪਣ ਕਰਨ ਵਾਸਤੇ ਕਿਹਾ, ਪਰ 1000 ਦੀ ਗਿਣਤੀ ਦੇ ਮਾਲਕ ਸਰਦਾਰ ਮਹਾ ਸਿੰਘ
ਆਪਣੀ ਫੌਜ ਲੈ ਕੇ ਮੈਦਾਨੇ ਜੰਗ ਵਿੱਚ ਆਏ। ਇੱਕ ਪਾਸੇ 50,000, ਇੱਕ ਪਾਸੇ ਕੇਵਲ 1,000। ਅਸਾਵੀਂ ਜੰਗ ਆਰੰਭ ਹੋਣ ਵਾਲੀ ਸੀ। ਸਰਦਾਰ ਮਹਾਂ ਸਿੰਘ ਦੇ ਸਾਹਮਣੇ ਬਹੁਤ ਆਦਮੀ ਦੁਸ਼ਮਣ ਖੜਾ ਹੈ। ਉਹਨਾਂ ਕੋਲ ਬਹੁਤ ਭਾਰੀਆਂ ਤੋਪਾਂ ਦੇ ਬੜਾ ਵੱਡਾ ਮਲਖਈਆ ਹੈ, ਪਰ ਸਰਦਾਰ ਮਹਾਂ ਸਿੰਘ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਦੁਤਾਰੇ ਖੰਡੇ ਦੀ ਅਮਰ ਦੀ ਸ਼ਕਤੀ ਉਹਦੇ ਜਿਸਮ ਦੇ ਨਾੜੀਆਂ ਵਿੱਚ ਚੱਲ ਰਹੀ ਸੀ। ਸਰਦਾਰ ਮਹਾਂ ਸਿੰਘ ਨੇ ਦੁਸ਼ਮਣ ਦੀ ਫੌਜ ਨੂੰ ਨਜ਼ਰ ਭਰ ਕੇ ਵੇਖਿਆ, ਤਲਵਾਰ ਦੇ ਮੁੱਠੇ ਤੇ ਹੱਥ ਰੱਖ ਕੇ ਵੱਡੀ ਫੌਜ ਦੇ ਮਾਲਕ ਸੰਮੀ ਖਾਨ ਨੂੰ ਮੁਗਾਰ ਕੇ ਮੈਦਾਨੇ ਜੰਗ ਵਿੱਚ 28 ਅਪ੍ਰੈਲ 1837 ਈਸਵੀ ਨੂੰ ਸਰਦਾਰ ਮਹਾਂ ਸਿੰਘ ਨੇ ਸੰਮੀ ਖਾਨ ਨੂੰ ਕੀ ਆਖਿਆ, ਵਾਰ ਦੀ ਚਾਲ ਵਿੱਚ ਕੁਝ ਲਾਈਨਾਂ ਇਹ ਹੋਰ ਕੀਤੀਆਂ ਜਾਵੇ। साहबा ਮਹਾਂ ਸਿੰਘ ਵਿੱਚ ਆਣ ਕੇ ਮੈਦਾਨ ਦੇ ਸੰਮੀ ਖਾਨ ਨੂੰ ਕਿਹਾ ਲਲਕਾਰੇ। ਅੱਜ ਸਿੱਖਾਂ ਦੇ ਪਠਾਣਾ ਤੋਂ ਹੱਥਾਂ ਦੀ ਪਰਖੀ ਜੰਗ ਵਿੱਚ ਜਾਊ ਤਲਵਾਰ। ਦੋਵੇਂ ਤੇਰਾ ਅੱਖ ਬਾਉਂਦੇ ਸੂਰਮੇ ਅੱਜ ਇੱਕ ਸਿਰ ਰਹਿ ਜੂ ਤਸਦਾਰ। ਅੱਜ ਤੇਗ ਨਾਲ ਤੁਲ ਜੂ ਬਹਾਦਰੀ, बहादुरी ਤੇਗ ਨਾਲ ਤੁਲ ਜੂ ਬਹਾਦਰੀ। ਅੱਜ ਤੇਗ ਨਾਲ ਤੁਲ ਜੂ ਬਹਾਦਰੀ। ਕਰਮਾਲ ਅੱਜ ਤੇਗ ਨਾਲ ਤੁਲ ਜੂ ਬਹਾਦਰੀ। ਤੁਲੂ ਸਿਰਾਂ ਨਾਲ ਜਿੱਤ ਤੇ ਹਾਰੇ। ਤੁਸੀਂ ਉਮਤ ਅਲੀ ਤੇ ਗਾਜੀ ਦੀਨ ਦੇ ਸਾਡਾ ਆਸਾ ਦਸਮ ਅਵਤਾਰ। ਤੁਸੀਂ ਤਾਲਬ ਹੋ ਹਸਨ ਹੁਸੈਨ ਦੇ ਆਗੂ ਅਸਾਂ ਦੇ ਅਜੀਤ ਤੇ ਜੁਝਾਰ।
रट नित वाली मुक जा बहादुर अज दिलां वाले कट लोग बाहर सीतल दिल विच रहे अरमान दा पहला कर ले साडे उत्ते वार करमा वाले 22 ਦਸੰਬਰ 1704 ਈਸਵੀ ਨੂੰ ਕਦੇ ਵਜ਼ੀਰ ਖਾਨ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣੀ ਫੌਜ ਦੀ ਗਿਣਤੀ ਦੱਸਦੇ ਆਖਿਆ, ਤੇਰੇ ਕੋਲ ਉਂਗਲਾਂ ਤੇ ਗਿਣੇ ਜਾਣ ਜੋਗੇ ਚਮਕੌਰ ਦੀ ਹਵੇਲੀ ਵਿੱਚ ਘਿਰੇ ਹੋਏ ਨੇ ਤੇ ਬਾਹਰ 10 ਲੱਖ ਦਾ ਘੇਰਾ ਪਿਆ। ਆਪਣੇ ਸੂਰਮਿਆਂ ਨੂੰ ਨਾਲ ਲੈ ਕੇ ਸ਼ਸਤਰ ਰੱਖੋ, ਸਿਰ ਝੁਕਾ ਕੇ ਚਿੱਟਾ ਝੰਡਾ ਲੈ ਕੇ ਮੈਦਾਨੇ ਜੰਗ ਵਿੱਚ ਆਓ ਤੇ ਬਾਦਸ਼ਾਹ ਕੋਲੋਂ ਜ਼ਗੀਰਾਂ ਦਿੱਤੀਆਂ ਜਾਣ। ਇੰਨੀ ਫੌਜ ਦਾ ਮੁਕਾਬਲਾ ਤੁਹਾਥੋਂ ਨਹੀਂ ਹੋਣਾ ਤੇ ਮਰਨ ਮਨਾਉਣ ਨਾਲੋਂ ਆਤਮ ਸਮਰਪਣ ਕਰ ਦਿਓ। ਤੇ ਯਾਦ ਰੱਖਣਾ ਗੁਰੂ ਗੋਬਿੰਦ ਸਿੰਘ, ਮੇਰੇ ਕੋਲ ਉਹ ਫੌਜ ਆ ਜਿਨ੍ਹਾਂ ਦੇ ਵੱਡਿਆਂ ਨੇ ਮੈਦਾਨੇ ਜੰਗ ਵਿੱਚ ਕਦੇ ਹਾਰ ਨਹੀਂ ਖਾਧੀ, ਤੇ ਤੇਰੇ ਕਮਾਨ ਥੱਲੇ ਲੜਨ ਵਾਲੇ ਉਹ ਨੇ ਜਿਨ੍ਹਾਂ ਦੇ ਵੱਡਿਆਂ ਨੇ ਕਦੇ ਹੱਥ ਵਿੱਚ ਦਾਤਰੀ ਫੜ ਕੇ ਨਹੀਂ ਵੇਖੀ। ਕੋਈ ਨਾਈ, ਕੋਈ ਸ਼ੀਂਬਾ, ਕੋਈ ਝੀਵਰ, ਕੋਈ ਹੋਰ ਜਾਤ ਦਾ। ਇਸ ਕਰਕੇ ਆਤਮ ਸਮਰਪਣ ਕਰ ਦਿੱਤਾ ਜਾਵੇ। ਕਲਗੀ ਵਾਲੇ ਪਾਤਸ਼ਾਹ ਦੇ ਸਰਵਣਾ ਵਿੱਚ ਆਵਾਜ਼ ਪਈ ਤੇ ਮੇਰੇ ਦਾਦੇ ਨੇ ਆਖਿਆ, ਉਹ ਵਜ਼ੀਰ ਖਾਨ, ਤੇਰੀਆਂ ਨਜ਼ਰਾਂ ਵਿੱਚ ਕਮਜ਼ੋਰ ਜਾਤੀ ਨਾਲ ਸੰਬੰਧ ਰੱਖਣ ਵਾਲੇ ਨੇ, ਮੇਰੀਆਂ ਨਜ਼ਰਾਂ ਵਿੱਚ ਗੁਰੂ ਦੇ ਬੱਬਰ ਸ਼ੇਰ। ਤੂੰ ਆਪਣੀ ਫੌਜ ਨੂੰ ਚਮਕੌਰ ਦੀ ਹਵੇਲੀ ਲਾਗੇ ਲਿਆ ਕੇ ਤੇ ਵੇਖੀ ਜਾਣਾ ਥੱਲੇ ਚਬਾ ਕੇ ਦਹਾੜ ਜਾਣਗੇ, ਖਾ ਜਾਣਗੇ ਤੇ ਖਾਦਾ ਵੀ। 1.25 ਲੱਖ ਨਾਲ ਇੱਕ ਬੰਦੇ ਨੇ ਮੁਕਾਬਲਾ ਕਰਕੇ ਵਿਖਾਇਆ। ਗੁਰੂ ਦੀ ਅਜ਼ਮਤ ਵਰਤੀ, ਗੁਰੂ ਦੀ ਸ਼ਕਤੀ ਵਰਤੀ। ਗੁਰੂ ਨੇ ਅਮਰ ਦੀ ਐਸੀ ਮਹਾਨ ਸ਼ਕਤੀ ਦੇ ਕੇ ਸਿੱਖਾਂ ਦੀ ਕਿਰਪਾ ਕੀਤੀ। ਅੱਜ ਉਹੀ ਗੱਲ ਸਰਦਾਰ ਮਹਾ ਸਿੰਘ ਦੁਹਰਾ ਰਿਹਾ ਸੀ। ਦੁਸ਼ਮਣ ਦੀ ਫੌਜ ਦੀ ਗਿਣਤੀ ਹੈ 50,000 ਤੇ ਮਹਾ ਸਿੰਘ ਦੀ ਕਮਾਨ ਥੱਲੇ ਕੇਵਲ 1,000। ਤੇ ਸਰਦਾਰ ਮਹਾ ਸਿੰਘ ਕਹਿੰਦਾ, ਓਏ ਤੇਰੇ ਦਿਲ ਵਿੱਚ ਕੋਈ ਅਰਮਾਨ ਬਾਕੀ ਨਾ ਰਹਿ ਜਾਵੇ ਮਿਰਜ਼ਾ ਸਮੀ ਖਾਨ। ਆਪਣੀਆਂ ਫੌਜਾਂ ਲੈ ਕੇ ਵਾਰ ਕਰ ਤੇ ਤੇਰਾ ਵਾਰ ਰੋਕਿਆ ਜਾਵੇਗਾ ਤੇ ਮੋੜਵਾ ਤੈਨੂੰ ਜਵਾਬ ਦਿੱਤਾ ਜਾਵੇਗਾ। ਤੇ ਮਿਰਜ਼ਾ ਸਮੀ ਖਾਨ ਨੇ ਆਖਿਆ, ਓਏ ਮਹਾ ਸਿੰਘਾ, ਮੈਂ ਕੁਰਾਨ ਦੀ ਕਸਮ ਖਾ ਕੇ ਆਖਦਾ ਹਾਂ, ਅੱਜ ਦੀਆਂ ਸ਼ਾਮਾਂ ਪੈਣ ਤੋਂ ਪਹਿਲਾਂ ਜਮਰੌਦ ਦੇ ਕਿਲੇ ਦੀ ਇੱਟ ਨਾਲ ਖੜਕਾ ਨਾ ਦਿੱਤੀ, ਮੈਨੂੰ ਮੁਸਲਮਾਨ ਨਾ ਆਖੀ। ਇਹ ਕਿਲਾ ਢਾ ਕੇ ਹਿੱਕ ਤੇ ਬਲਦਾ ਹੋਇਆ ਦੀਵਾ ਸਦਾ ਲਈ ਬੁਝਾ ਕੇ ਮੈਂ ਕਾਬਲ ਵੱਲੇ ਵਾਪਸ ਵਰਤਾਂਗਾ। ਇਹ ਗੱਲ ਸਮੀ ਖਾਨ ਨੇ ਸਰਦਾਰ ਮਹਾ ਸਿੰਘ ਨੂੰ ਆਖੀ। ਲੜਾਈ ਆਰੰਭ ਹੋ ਗਈ। ਸਰਦਾਰ ਮਹਾ ਸਿੰਘ ਨੇ ਜੈਕਾਰੇ ਛੱਡ ਕੇ ਹਮਲਾ ਬੋਲ ਦਿੱਤਾ। ਇੱਕ ਪਾਸੇ 50,000 ਮੁਲਖਈਆ, ਇੱਕ ਪਾਸੇ ਕੇਵਲ 1,000। ਯੁੱਧ ਹੋ ਰਿਹਾ ਸੀ, ਤਲਵਾਰਾਂ ਚੱਲ ਰਹੀਆਂ ਸਨ, ਠਕ ਠਕ ਦੀ ਆਵਾਜ਼ ਆ ਰਹੀ ਸੀ। ਗੁਰੂ ਕੇ ਖਾਲਸੇ ਮੈਦਾਨੇ ਜੰਗ ਵਿੱਚ ਲੜ ਰਹੇ ਸਨ। ਇਤਿਹਾਸ ਦੇ ਪੰਨੇ ਦੱਸਦੇ ਨੇ, ਲੜਦਿਆਂ 28 ਅਪ੍ਰੈਲ ਦੀਆਂ ਸ਼ਾਮਾਂ ਪੈ ਗਈਆਂ। ਦੁਸ਼ਮਣ ਦੀ ਫੌਜ ਦਾ ਬਹੁਤ ਵੱਡਾ ਨੁਕਸਾਨ ਹੋਇਆ। ਜਮਰੌਦ ਦੇ ਕਿਲੇ ਵਿੱਚੋਂ ਬਾਹਰ ਨਿਕਲ ਕੇ ਲੜਨ ਵਾਲੇ ਸਿੰਘਾਂ ਵਿੱਚੋਂ 1,000 ਵਿੱਚੋਂ 200 ਸ਼ਹਾਦਤ ਦਾ ਆਰਾਮ ਪੀ ਗਏ। 800 ਬਚਿਆ। ਜੰਗ ਬੰਦ ਹੋਣ ਤੇ ਮਹਾ ਸਿੰਘ ਉਹਨਾਂ ਨੂੰ ਨਾਲ ਲੈ ਕੇ ਜਮਰੌਦ ਦੇ ਕਿਲੇ ਵਿੱਚ ਪਹੁੰਚ ਗਏ। 29 ਅਪ੍ਰੈਲ ਦੀ ਜੰਗ ਤਲਵਾਰਾਂ ਨਾਲ ਨਹੀਂ, ਤੋਪਾਂ ਨਾਲ ਸ਼ੁਰੂ ਹੋਈ। ਜਮਰੌਦ ਦੇ ਕਿਲੇ ਵਿੱਚੋਂ ਦੁਸ਼ਮਣ ਉੱਤੇ ਤੋਪਾਂ ਦੇ ਗੋਲੇ ਦਾਗੇ ਜਾ ਰਹੇ ਸਨ ਔਰ ਦੁਸ਼ਮਣ ਤੋਪਾਂ ਦੇ ਗੋਲੇ ਸਿੰਘਾਂ ਉੱਤੇ ਜਮਰੌਦ ਦੇ ਕਿਲੇ ਤੇ ਦਾਗ ਰਹੇ ਸਨ। ਲੜਦਿਆਂ ਸ਼ਾਮਾਂ ਪੈ ਗਈਆਂ, ਪਰ ਜਮਰੌਦ ਦੇ ਕਿਲੇ ਦੀ ਸਾਹਮਣੀ ਬਾਈ ਵਿੱਚ ਪਾੜ ਪੈ ਗਿਆ। ਜੰਗ ਬੰਦ ਹੋ ਗਈ। ਸਰਦਾਰ ਮਹਾ ਸਿੰਘ ਦੇ ਸਾਹਮਣੇ ਦੋ ਕੰਮ ਸਨ। ਮਹਾ ਸਿੰਘ ਨੇ ਉਹ ਸਿੰਘਾਂ ਦੀ ਡਿਊਟੀ ਲਾਈ, ਤੁਸੀਂ ਰੇਤਾ ਦੇ ਬੋਰੇ ਭਰ ਕੇ ਇਸ ਪਾੜ ਵਿੱਚ ਰੱਖੋ ਤਾਂ ਕਿ ਸਵੇਰ ਦੇ ਹਮਲੇ ਨੂੰ ਰੋਕਿਆ ਜਾ ਸਕੇ, ਇਸ ਰਾਹੀਂ ਦੁਸ਼ਮਣ ਲੰਘ ਕੇ ਅੰਦਰ ਹਮਲਾ ਨਾ ਕਰ ਸਕੇ। ਸਰਦਾਰ ਮਹਾ ਸਿੰਘ ਦੇ ਸਾਹਮਣੇ ਇੱਕ ਹੋਰ ਕੰਮ ਸੀ ਕਿ ਪਸ਼ਾਵਰ ਦੇ ਕਿਲੇ ਵਿੱਚ ਬਿਮਾਰ ਪਏ ਸਰਦਾਰ ਹਰੀ ਸਿੰਘ ਨਲੂਏ ਨੂੰ ਜਮਰੌਦ ਦੇ ਕਿਲੇ ਦਾ ਹਾਲ ਦੱਸਣਾ। ਸਰਦਾਰ ਜੀ ਨੇ ਕੋਈ ਸਿੰਘਾਂ ਦਾ ਕੱਟ ਕੀਤਾ ਤੇ ਆਖਿਆ, ਕੋਈ ਸਿੰਘ ਜਾਵੇ ਜਿਹੜਾ ਦੁਸ਼ਮਣ ਦੀਆਂ ਸਫਾਂ ਨੂੰ ਚੀਰਦਾ ਹੋਇਆ ਪਸ਼ਾਵਰ ਦੇ ਕਿਲੇ ਵਿੱਚ ਬਿਮਾਰ ਪਏ ਸਰਦਾਰ ਹਰੀ ਸਿੰਘ ਵੱਲੇ ਚਿੱਠੀ ਲੈ ਕੇ ਜਾਵੇ। ਸਰਦਾਰ ਮਹਾ ਸਿੰਘ ਨੇ ਚਿੱਠੀ ਲੈ ਕੇ ਤਹਿ ਲਾ ਦਿੱਤੀ ਤੇ ਸਿੰਘਾਂ ਨੂੰ ਮੁਖਾਤਬ ਹੋ ਕੇ ਕਹਿਣ ਲੱਗਾ, ਕੋਈ ਸਿੰਘ ਜਾਵੇ। ਇੱਕ ਬੀਬੀ ਉੱਠੀ ਸਿੰਘਾਂ ਨੂੰ ਪਾਸੇ ਕਰਦੀ ਹੋਈ ਮਹਾ ਸਿੰਘ ਦੇ ਸਾਹਮਣੇ ਆਈ ਤੇ ਕਹਿਣ ਲੱਗੀ, ਵੀਰ ਜੀ, ਜਮਰੌਦ ਦੇ ਕਿਲੇ ਦੀ ਰਾਖੀ ਕਰਨ ਵਾਸਤੇ ਇੱਕ ਸਿੰਘ ਦੀ ਜ਼ਰੂਰਤ ਹੈ। ਮੈਂ ਜਾਵਾਂਗੀ
ਪਸ਼ਾਵਰ ਦੇ ਕਿਲੇ ਵਿੱਚ ਸਰਦਾਰ ਹਰੀ ਸਿੰਘ ਨਲੂਏ ਨੂੰ ਖਬਰ ਦੇਣ ਵਾਸਤੇ। ਨਾਲ ਨੇੜਲੇ ਸਿੰਘਾਂ ਨੇ ਆਖਿਆ, ਸਰਦਾਰ ਜੀ ਧੀਆਂ ਕੌਮਾਂ ਦੀ ਇੱਜ਼ਤ ਹੋਇਆ ਕਰਦੀ ਹੈ, ਬੀਬੀ ਨੂੰ ਜਾਣ ਤੋਂ ਆਗਿਆ ਨਾ ਦਿੱਤੀ ਜਾਵੇ। ਜਿਹੜੇ ਸਿੰਘ ਦੀ ਡਿਊਟੀ ਲਾਓਗੇ ਅਸੀਂ ਜਾਣ ਵਾਸਤੇ ਤਿਆਰ ਹਾਂ। ਬੀਬੀ ਹਰਸ਼ਰਨ ਕੌਰ ਨੇ ਆਖਿਆ, ਵੇ ਭਰਾਓ ਇਹ ਦੱਸੋ, ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਮਰ ਦੀ ਦਾਤ ਲੈ ਕੇ ਤੁਸੀਂ ਇੱਕ ਸਿੰਘ 1.25 ਲੱਖ ਦਾ ਮੁਕਾਬਲਾ ਕਰਨ ਦੀ ਸ਼ਕਤੀ ਰੱਖਦੇ ਹੋ, ਮੈਨੂੰ ਕੋਈ ਵੱਖਰਾ ਅਮਰ ਛਕਾਇਆ ਗਿਆ? ਜੇ ਉਹੀ ਅੰਮ੍ਰਿਤ ਮੈਨੂੰ ਛਕਾਇਆ ਗਿਆ ਤੇ ਤੁਸੀਂ 1.25 ਲੱਖ ਲੜ ਸਕਦੇ ਹੋ, ਮੈਂ ਦੁਸ਼ਮਣ ਦੇ ਵਿੱਚੋਂ ਦੀ ਲੰਘ ਕੇ ਚਿੱਠੀ ਨਹੀਂ ਪਛਾ ਸਕਦੀ। ਮੈਂ ਉਹ ਸ਼ਰਨੀ ਨਹੀਂ ਰਹਿ ਗਈ ਵੀ ਲਟੇਰੇ ਆਉਣ ਤੇ ਬਰਾਤ ਵਾਲਿਆਂ ਨੂੰ ਕੁੱਟ ਕੇ ਡੋਲਾ ਖੋ ਕੇ ਲੈ ਜਾਣ, ਗਹਿਣੇ ਵੀ ਲਾ ਕੇ ਲੈ ਜਾਣ। ਮੈਂ ਅਮਰ ਦੀ ਦਾਤ ਲੈ ਕੇ ਸ਼ੇਰਨੀ ਬਣ ਚੁੱਕੀ। ਕਿਸੇ ਬੁਗਿਆੜ ਨੇ ਝਪਕਣ ਦੀ ਕੋਸ਼ਿਸ਼ ਕੀਤੀ, ਤਲਵਾਰ ਬੇਮਿਆਨ ਹੋ ਕੇ ਉਹਦੀ ਗਰਦਨ ਤੇ ਚੱਲ ਜਾਵੇਗੀ। ਮੈਂ ਜਾਵਾਂਗੀ ਸੁਨੇਹਾ ਲੈ ਕੇ। ਮਾਨ ਸਿੰਘ ਤੇ ਨਾਲ ਦੇ ਸਾਥੀ ਨਿਰੁੱਤਰ ਹੋ ਗਏ। ਸ਼ਾਮਾਂ ਪਈਆਂ ਸਨ। ਇਤਿਹਾਸ ਦੇ ਪੰਨੇ ਦੱਸਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘਾਂ ਤੋਂ ਬੀਬੀ ਨੇ ਆਗਿਆ ਲਈ, ਫੜੀ ਉਹ ਚਿੱਠੀ ਕਮਰ ਕਸੇ ਵਿੱਚ ਚੜਾਈ। ਦੁਸ਼ਮਣ ਤੰਬੂਆਂ ਵਿੱਚ ਆਰਾਮ ਕਰ ਰਹੇ ਸਨ। ਹਰਸ਼ਰਨ ਕੌਰ ਬੜੀ ਤੇਜ਼ੀ ਨਾਲ ਦੁਸ਼ਮਣ ਦੀ ਸਫਾ ਨੂੰ ਚੀਰਦੀ ਹੋਈ ਚਲਦੀ ਚਲਦੀ ਪਸ਼ਾਵਰ ਦੇ ਕਿਲੇ ਦੇ ਦਰਵਾਜ਼ੇ ਤੇ ਜਾ ਪਹੁੰਚੀ। ਸੰਤਰੀ ਨੂੰ ਆਪਣਾ ਤਾਰਫ ਕਰਾਉਂਦਿਆਂ ਕਹਿਣ ਲੱਗੀ, ਮੇਰਾ ਨਾਮ ਹਰਸ਼ਰਨ ਕੌਰ ਹੈ, ਮੈਂ यहाँ ਜਮਰੌਦ ਦੇ ਕਿਲੇ ਵਿੱਚੋਂ ਸਰਦਾਰ ਹਰੀ ਸਿੰਘ ਨਲੂਏ ਨੂੰ ਮਿਲ ਕੇ ਕੁਝ ਸੁਨੇਹਾ ਦੇਣਾ ਚਾਹੁੰਦੀ। ਸੰਤਰੀ ਨੇ ਆਖਿਆ, ਬੀਬੀ ਜੀ ਤੁਸੀਂ ਇੱਥੇ ਠਹਿਰੋ, ਸਰਦਾਰ ਜੀ ਬਿਮਾਰ ਨੇ, ਆਰਾਮ ਕਰ ਰਹੇ ਨੇ, ਤੁਹਾਡਾ ਸੁਨੇਹਾ ਪਹੁੰਚਾ ਦਿੱਤਾ ਜਾਂਦਾ ਹੈ। ਜੇ ਸਰਦਾਰ ਜੀ ਮਿਲਣ ਦੀ ਆਗਿਆ ਦੇਣਗੇ ਤੁਸੀਂ ਮਿਲ ਲੈਣਾ, ਜੇ ਸਰਦਾਰ ਜੀ ਨੇ ਇਨਕਾਰ ਕਰ ਦਿੱਤਾ ਤਾਂ ਫਿਰ ਮੇਰੀ ਮਜਬੂਰੀ। ਬੀਬੀ ਨੂੰ ਡਿਉੜੀ ਦੇ ਦਰਵਾਜ਼ੇ ਤੇ ਖਿਲਾਰ ਕੇ ਸੰਤਰੀ ਅੰਦਰ ਗਿਆ। ਪਲੰਗੇ ਤੇ ਲੇਟੇ ਸਨ ਸਰਦਾਰ ਹਰੀ ਸਿੰਘ ਨਲੂਆ। ਲੰਬੇ ਅਰਸੇ ਤੋਂ ਬੁਖਾਰ ਚੜਦਾ ਸੀ। ਹਕੀਮ ਦਵਾਈ ਕਰ ਰਿਹਾ ਸੀ, ਬੁਖਾਰ ਮੋੜਾ ਨਹੀਂ ਪਾ ਰਿਹਾ। ਕੁਰਸੀ ਢਾ ਕੇ ਨਬਈ ਤੇ ਹੱਥ ਰੱਖ ਕੇ ਬੈਠਾ ਹਕੀਮ। ਗਿਆ ਹੋਇਆ ਸੰਤਰੀ ਉੱਚੀ ਆਵਾਜ਼ ਵਿੱਚ ਫਤਿਹ ਸਾਂਝੀ ਕਰਕੇ ਕਹਿੰਦਾ ਹੈ, ਸਰਦਾਰ ਜੀ ਇੱਕ ਬੀਬੀ ਆਈ, ਆਪਣਾ ਨਾਮ ਹਰਸ਼ਰਨ ਕੌਰ ਦੱਸਦੀ, ਆਈ ਜਮਰੌਦ ਦੇ ਕਿਲੇ, ਤੁਹਾਡੇ ਨਾਲ ਕੋਈ ਪੱਤਰਕਾ ਸਾਂਝੀ ਕਰਨੀ ਚਾਹੁੰਦੀ। ਜੇ ਸਰਕਾਰ ਦੀ ਆਗਿਆ ਹੋਵੇ ਤਾਂ ਅੰਦਰ ਭੇਜ ਦਿੱਤਾ ਜਾਵੇ। ਬੁਖਾਰ ਦੀ ਘੁੱਕੀ ਵਿੱਚੋਂ ਅੱਖ ਪੁੱਟੀ ਸਰਦਾਰ ਨੇ ਇਸ਼ਾਰਾ ਕਰਕੇ ਆਖਿਆ, ਇਜਾਜ਼ਤ ਹੈ। ਸੰਤਰੀ ਦੌੜ ਕੇ ਦਰਵਾਜ਼ੇ ਤੇ ਗਿਆ। ਬੀਬੀ ਨੂੰ ਛੋਟੀ ਬਾਰੀ ਰਾਹੀਂ ਅੰਦਰ ਲੰਘਾਇਆ। ਚੁੰਗੀਆਂ ਭਰਦੀ ਹੋਈ ਹਰਸ਼ਰਨ ਕੌਰ ਉਸ ਕਮਰੇ ਵਿੱਚ ਪਹੁੰਚ ਗਈ ਜਿੱਥੇ ਸਰਦਾਰ ਜੀ ਬਿਮਾਰ ਪਏ ਸਨ। ਫਤਿਹ ਸਾਂਝੀ ਕਰਕੇ ਕਮਰ ਕਸੇ ਵਿੱਚ ਅੜਾਈ ਹੋਈ ਚਿੱਠੀ ਕੱਢ ਕੇ ਨਲੂਏ ਸਰਦਾਰ ਕਰ ਕਮਲਾ ਵੀ ਦਿੱਤੀ। ਸਰਦਾਰ ਜੀ ਨੇ ਉਹ ਚਿੱਠੀ ਨੂੰ ਪੜ੍ਹਨਾ ਚਾਹਿਆ ਪਰ ਅੱਖਰ ਉੱਠਦੇ ਨਹੀਂ। ਕਾਰਨ ਸੀ ਇੱਕ ਤਾਂ ਲੰਬੀ ਬਿਮਾਰੀ, ਸਰੀਰ ਕਮਜ਼ੋਰ ਪੈ ਚੁੱਕਾ ਸੀ। ਦੂਜਾ ਕਾਰਨ ਸੀ ਬਲਦਾ ਹੋਇਆ ਲੈਂਪ ਥੋੜਾ ਜਿਹਾ ਪਰੇ ਪਿਆ ਸੀ। ਸਰਦਾਰ ਜੀ ਕੋਲੋਂ ਚਿੱਠੀ ਨਹੀਂ ਪੜੀ ਜਾਂਦੀ। ਆਪਣੇ ਸੇਵਾਦਾਰ ਨੂੰ ਹੁਕਮ ਕੀਤਾ, ਬਲਦਾ ਹੋਇਆ ਲੈਂਪ ਚੁੱਕ ਕੇ ਨੇੜੇ ਕੀਤਾ ਜਾਵੇ। ਸਰਦਾਰ ਜੀ ਦੀ ਆਗਿਆ ਪਾ ਕੇ ਲੈਂਪ ਨੇੜੇ ਕੀਤਾ। ਇੱਕ ਓੰਕਾਰ ਸਤਿਗੁਰ ਪ੍ਰਸਾਦ ਤੋਂ ਚਿੱਠੀ ਆਰੰਭ ਹੋਈ। ਚਿੱਠੀਆਂ ਦਾ ਯੁੱਗ ਵੀ ਖਤਮ ਹੁੰਦਾ ਜਾਂਦਾ ਹੈ। ਆ ਮੋਬਾਈਲ ਨੇ ਸਾਰਾ ਕੋਰੀ ਹਰਮ ਕਰ ਲਿਆ। ਕਦੇ ਸਕੂਲ ਪੜ੍ਹਦਿਆਂ ਬੜੀ ਉਤਸੁਕਤਾ ਨਾਲ ਉਡੀਕ ਕੀਤੀ ਜਾਂਦੀ ਸੀ ਡਾਕੀਆ ਆਉਣਾ ਤੇ ਧਿਆਨ ਰੱਖਣਾ ਵੀ ਸਾਡੀ ਵੀ ਚਿੱਠੀ ਆਈ। ਚਿੱਠੀ ਦੇ ਅੱਖਰਾਂ ਵਿੱਚ ਉਹ ਕੁਝ ਬਿਆਨ ਕੀਤਾ ਜਾਂਦਾ ਸੀ ਜੋ ਅੰਦਰ ਦੇ ਵਲਵਲੇ ਹੋਣ। ਚਿੱਠੀਆਂ ਦਾ ਯੁੱਗ ਖਤਮ ਹੁੰਦਾ ਜਾਂਦਾ ਹੈ, ਲਗਭਗ ਹੋ ਹੀ ਗਿਆ। ਉਹ ਚਿੱਠੀ ਉੱਤੇ ਮਹਾਂ ਸਿੰਘ ਨੇ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ ਸੀ। ਇੱਕ ਓੰਕਾਰ ਸਤਿਗੁਰ ਪ੍ਰਸਾਦ ਤੋਂ ਬਾਅਦ ਗੁਰੂ ਫਤਿਹ ਸਾਂਝ ਪਾਈ। ਫੇਰ ਲਿਖਿਆ ਸੀ, ਸਰਦਾਰ ਜੀ ਤੁਹਾਡੀ ਬਿਮਾਰੀ ਦਾ ਜਾਇਜ਼ਾ ਲੈਂਦਿਆਂ ਦੁਸ਼ਮਣ ਨੇ ਜਮਰੌਦ ਦੇ ਕਿਲੇ ਤੇ ਹਮਲਾ ਕੀਤਾ ਹੈ। 1000 ਵਿੱਚੋਂ 28 ਅਪ੍ਰੈਲ ਦੀ ਜੰਗ ਵਿੱਚ 200 ਸਿੰਘ ਲੜਦਿਆਂ ਲੜਦਿਆਂ ਸ਼ਹਾਦਤ ਦਾ ਜਾਮ ਪੀ ਗਿਆ। 29 ਅਪ੍ਰੈਲ ਦੀ ਤੋਪਾਂ ਦੀ ਜੰਗ ਵਿੱਚ ਦੁਸ਼ਮਣ ਨੇ ਸਾਹਮਣੀ ਬਾਈ ਵਿੱਚ ਪਾੜ ਪਾ ਦਿੱਤਾ ਹੈ। ਸਿੰਘ ਰੇਤਾ ਦੇ ਬੋਰੇ ਭਰ ਕੇ ਰੱਖ ਰਹੇ ਨੇ। ਪਰ ਜੇ ਦਿਨ ਦੇ ਚੜਾਅ ਤੋਂ ਪਹਿਲਾਂ ਤੁਹਾਡੀ ਮਦਦ ਨਾ ਆਈ, ਹੋ ਸਕਦਾ ਹੈ ਕਿਲਾ ਗੈਰਾਂ ਦੇ ਕਬਜ਼ੇ ਵਿੱਚ ਚਲੇ ਜਾਏ। ਸਰਦਾਰ ਜੀ ਤੁਹਾਡੀ ਸਹਾਇਤਾ ਦੀ ਅੰਤੇ ਲੋੜ ਹੈ। ਨਲੂਏ ਸਰਦਾਰ ਨੇ ਉਹ ਚਿੱਠੀ ਪੜ੍ਹੀ। ਬੁਖਾਰ ਉਤਰਦਾ ਗਿਆ। ਗੈਰਤ ਦੇ ਅਣਖ ਦੇ ਉਬਾਲੇ ਅੱਖਾਂ ਥਾਣੀ ਸਾਫ਼ ਨਜ਼ਰ ਆ ਰਹੇ ਸਨ। ਭਵਾਂ ਤਣੀਆਂ ਗਈਆਂ। ਡੌਲੇ ਫੜ ਕੇ ਸਰਦਾਰ ਦੇ ਗਰਜਿਆ ਸ਼ੇਰ ਵਾਂਗ ਪਸ਼ਾਵਰ ਦੇ ਕਿਲੇ ਵਿੱਚ ਕੋਠੜੀ ਪਲੰਗੇ ਤੇ ਆਰਾਮ ਕਰਦਾ ਨਲੂਆ ਸਰਦਾਰ ਕਹਿੰਦਾ, ਓਏ ਮੇਰੇ ਹੁੰਦਿਆਂ ਜਿੰਨਾ ਚਿਰ ਨਲੂਆ ਸਰਦਾਰ ਜਿਉਂਦਾ ਹੈ ਕਿਸੇ ਦੀ ਜ਼ਰੂਰਤ ਨਹੀਂ ਜਮਰੌਦ ਦੇ ਕਿਲੇ ਵੱਲੇ ਗਹਿਰੀ ਅੱਖ ਨਾਲ ਵੀ ਤੱਕ ਸਕੇ। ਸਰਦਾਰ ਜੀ ਨੇ ਹੁਕਮ ਦਿੱਤਾ, ਲਾਓ ਮੇਰਾ ਘੋੜਾ। ਯਾਦ ਰੱਖਣਾ ਨਲੂਏ ਸਰਦਾਰ ਦਾ ਘੋੜਾ ਹਮੇਸ਼ਾ ਲਈ ਕਾਠੀ ਪਾ ਕੇ ਤਬੇਲੇ ਵਿੱਚ ਤਿਆਰ ਬਰ ਤਿਆਰ ਹੁੰਦਾ। ਸਰਦਾਰ ਜੀ ਦੀ ਆਗਿਆ ਪਾ ਕੇ ਸੇਵਾਦਾਰ ਤੇ ਤਬੇਲੇ ਵੱਲੇ ਦੌੜ ਗਿਆ। ਹਕੀਮ ਨਬੀ ਤੇ ਹੱਥ ਰੱਖ ਕੇ ਬੈਠਾ ਸੀ। ਉਹਨੇ ਤਰਲਾ ਜਾ ਲੈਂਦੇ ਆਖਿਆ, ਸਰਦਾਰ ਜੀ ਲੰਬੇ ਅਰਸੇ ਤੋਂ ਤੁਸੀਂ ਬਿਮਾਰ ਹੋ, ਤੁਹਾਨੂੰ ਬਚਾਉਣਾ ਮੇਰੀ ਜ਼ਿੰਮੇਵਾਰੀ ਹੈ। ਮੈਂ ਤੁਹਾਡੀ ਦਵਾਈ ਕਰ ਰਿਹਾ, ਬੁਖਾਰ ਟੁੱਟਦਾ ਨਹੀਂ। ਇਸ ਬਿਮਾਰੀ ਦੀ ਹਾਲਤ ਵਿੱਚ ਤੁਹਾਡਾ ਜਾਣਾ ਨਾਮੁਮਕਿਨ ਤੇ ਅਸੰਭਵ ਹੈ। ਸਰੀਰ ਕਮਜ਼ੋਰ ਪੈ ਚੁੱਕਾ ਹੈ। ਤੁਸੀਂ ਯਾਦ ਰੱਖਣਾ ਜੰਗ ਵਾਸਤੇ ਜਾ ਰਹੇ ਹੋ। ਇਸ ਕਰਕੇ ਸਰਦਾਰ ਜੀ ਆਪ ਨਾ ਜਾਓ। ਮਾਰ ਕੇ ਹੁਜਕਾ ਨਲੂਏ ਸਰਦਾਰ ਨੇ ਛਡਾ ਕੇ ਵਾਰ ਕੋਲੋਂ ਆਖਿਆ, ਉਹ ਇਦਾਂ
ਨਲੂਆ ਪੈਦਾ ਵੀ ਸਿੱਖੀ ਲਈ ਹੋਇਆ, ਕੁਰਬਾਨ ਵੀ ਸਿੱਖੀ ਸ਼ਮੌਤ ਤੋਂ ਹੋਵੇ। ਉੱਠਿਆ ਨਲੂਆ ਸਰਦਾਰ ਪਲੰਗੇ ਤੋਂ, ਫਲਾਦੀ ਸੰਜੋਰ ਨਾਲ ਤਨ ਕੱਜਿਆ, ਦੋ ਤਾਰਾ ਖੰਡਾ ਢਾਕ ਤੇ ਲਟਕਾਇਆ, ਆਪਣੇ ਬਾਡੀਗਾਰਡਾਂ ਨੂੰ ਨਾਲ ਲੈ ਕੇ ਨਲੂਆ ਸਰਦਾਰ ਪਸ਼ਾਵਰ ਦੇ ਕਿਲੇ ਦੀ ਦਹਲੀਜ਼ ਤੇ ਆਇਆ। ਸੇਵਾਦਾਰ ਘੋੜੇ ਦੀ ਲਗਾਮ ਫੜ ਕੇ ਖੜਾ ਸੀ, ਸਰਦਾਰ ਜੀ ਨੇ ਪਾਇਆ ਲਗਾਮ ਨੂੰ ਹੱਥ, ਰੱਖਿਆ ਪੈਰ ਚੁੱਕ ਕੇ ਰਕਾਬ ਉੱਤੇ, ਹੋਇਆ ਆਪਣੇ ਘੋੜੇ ਦੀ ਕੰਨ ਤੇ ਸਵਾਰ। ਸੀਤਲ ਜੀ ਨੇ ਬੜਾ ਪਿਆਰਾ ਨਕਸ਼ਾ ਖਿੱਚਿਆ ਹੈ, ਤੁਹਾਡੀ ਨਜ਼ਰ ਪੇਸ਼ ਕੀਤਾ ਜਾ ਰਿਹਾ ਹੈ। ਰੱਖ ਰਕਾਬੇ ਪੈਰ ਸਿੰਘ ਘੋੜੇ ਤੇ ਚੜਿਆ। ਰੱਖ ਰਕਾਬੇ ਪੈਰ ਸਿੰਘ ਘੋੜੇ ਤੇ ਚੜਿਆ। ਰੱਖ ਰਕਾਬੇ ਪੈਰ ਸਿੰਘ ਘੋੜੇ ਤੇ ਚੜਿਆ। ਓ ਸਿਰ ਤੋਂ ਪੈਰਾਂ ਦੀ ਕੀਓ ਲੋਹੇ ਨਾਲ ਮੜਿਆ। ਸਿਰ ਤੋਂ ਪੈਰਾਂ ਦੀ ਕੀਓ ਲੋਹੇ ਨਾਲ ਫੜਿਆ। ਤੇ ਤਾਰਾ ਭੋਲਾ ਦਾ ਹੱਥ ਖੰਡਾ ਫੜਿਆ। ਤੇ ਤਾਰਾ ਭੋਲਾ ਦਾ ਹੱਥ ਖੰਡਾ ਫੜਿਆ। ਓ ਜਿਸ ਨੂੰ ਕਰ ਕਰ ਮਿਹਨਤ ਉਸਤਾਦ ਫੜਿਆ। ਜਿਸ ਨੂੰ ਕਰ ਕਰ ਮਿਹਨਤ ਉਸਤਾਦ ਫੜਿਆ। ਉਹਦੀ ਪਾਨ ਬੁਝਾਈ ਜ਼ਹਿਰ ਵਿੱਚ ਰਤ ਮੰਗੇ ਸੜਿਆ। ਉਸ ਇੱਕ ਤੋਂ ਦੋ ਕਰ ਛੱਡਿਆ ਜੋ ਅੱਗੇ ਅੜਿਆ। ਰੱਖ ਰਕਾਬੇ ਪੈਰ ਸਿੰਘ ਘੋੜੇ ਤੇ ਚੜਿਆ। ਸਿਰ ਤੋਂ ਪੈਰਾਂ ਤੀਕੋ ਲੋਹੇ ਨਾਲ ਮੜਿਆ, ਦੋ ਧਾਰਾ ਫਲਾਦ ਦਾ ਹੱਥ ਖੰਡਾ ਫੜਿਆ। ਜਿਸ ਨੂੰ ਕਰ ਕਰ ਮਿਹਨਤਾਂ ਉਸਤਾਦਾਂ ਘੜਿਆ, ਉਹਦੀ ਪਾਣ ਬੁਝਾਈ ਯਾਰ ਵਿੱਚ ਰਤ ਮੰਗੇ ਸੜਿਆ। ਉਸ ਇੱਕ ਤੋਂ ਦੋ ਕਰ ਛੱਡਿਆ ਜੋ ਅੱਗੇ। ਇਹ ਸਾਕੇ ਵਿੱਚ ਜਦੋਂ ਐਸੀਆਂ ਗੱਲਾਂ ਨੇ ਜਿਹੜੀਆਂ ਸਮਝਣੀਆਂ ਬੜੀਆਂ ਲਾਜ਼ਮੀ। ਇੱਕ ਤਾਂ ਦੋ ਧਾਰਾ ਫਲਾਦ ਦਾ ਹੱਥ ਖੰਡਾ ਫੜਿਆ। ਫਲਾਦ ਕੀ ਸ਼ੈ ਹੁੰਦੀ ਹੈ? ਖੰਡੇ ਤਾਂ ਅਕਸਰ ਵੇਖੇ ਜਾਂਦੇ। ਮੈਂ ਲੋਹਾਰ ਨੂੰ ਪੁੱਛਣਾ ਚਾਹਿਆ ਵੀ ਆਮ ਲੋਹੇ ਵਿੱਚ ਤੇ ਫਲਾਦ ਵਿੱਚ ਫਰਕ ਕੀ ਹੁੰਦਾ? ਤੇ ਲੋਹਾਰ ਕਹਿਣ ਲੱਗਾ ਲੋਹੇ ਦਾ ਕੰਮ ਕਰਦਾ ਸੀ। ਜੱਦੀ ਪੁਰਸ਼ੀ ਕਹਿਣ ਲੱਗਾ ਸਰਦਾਰ ਜੀ ਫਲਾਦ ਵਿੱਚ ਤੇ ਲੋਹੇ ਵਿੱਚ ਬੜਾ ਵੱਡਾ ਫਰਕ ਹੁੰਦਾ। ਲੋਹੇ ਦਾ ਭਾਰ ਹੁੰਦਾ, ਫਲਾਦ ਦਾ ਭਾਰ ਨਹੀਂ ਹੁੰਦਾ। ਜਦੋਂ ਲੋਹੇ ਦਾ ਭਾਰ ਘਟਾ ਦਿੱਤਾ ਜਾਵੇ ਉਹ ਫਲਾਦ ਬਣ ਜਾਂਦਾ। ਤੇ ਮੈਂ ਕਿਹਾ ਭਾਰ ਕਿਵੇਂ ਘਟਾਇਆ ਜਾਂਦਾ?
ਕਹਿੰਦਾ ਲੋਹਾ ਅੱਗ ਤੇ ਗਰਮ ਕੀਤਾ ਜਾਂਦਾ ਹੈ, ਆਰਨ ਤੇ ਰੱਖ ਕੇ ਉਹਦੀ ਕਟਾਈ ਕੀਤੀ ਜਾਂਦੀ ਹੈ, ਫਿਰ ਗਰਮ ਕੀਤਾ ਜਾਂਦਾ ਹੈ, ਫਿਰ ਕਟਾਈ ਕੀਤੀ ਜਾਂਦੀ, ਫਿਰ ਗਰਮ ਕੀਤਾ ਜਾਂਦਾ, ਫਿਰ ਕਟਾਈ ਕੀਤੀ ਜਾਂਦੀ। ਜਣੀ ਲੋਹੇ ਦਾ ਭਾਰ ਨਹੀਂ ਹੁੰਦਾ, ਉਹਦੇ ਵਿੱਚ ਮੈਲ ਹੁੰਦੀ ਹੈ ਤੇ ਮੈਲ ਦਾ ਜ਼ਿਆਦਾ ਭਾਰ ਹੁੰਦਾ ਹੈ। ਤੇ ਜਦੋਂ ਕੁੱਟ-ਕੁੱਟ ਕੇ ਗਰਮ ਕਰ ਕਰਕੇ ਉਹਦੀ ਮੈਲ ਪਾਸੇ ਕਰ ਦਿੱਤੀ ਜਾਵੇ, ਫਿਰ ਕੱਲਾ ਲੋਹਾ ਰਹਿ ਜਾਂਦਾ ਤੇ ਉਹਨੂੰ ਫੌਲਾਦ ਆਖਿਆ ਜਾਂਦਾ। ਫਿਰ ਇੱਕ ਗੱਲ ਮੈਂ ਹੋਰ ਪੁੱਛੀ, ਉਹ ਕੈਨੇਡਾ ਦੀ ਧਰਤੀ ਤੇ ਬੱਚਿਆਂ ਨੂੰ ਸ਼ਸਤਰ ਵਿਦਿਆ ਸਿਖਾਉਂਦੇ ਨੇ, ਫੌਜੀ ਸਾਹਿਬ ਨੇ, ਸਾਨੂੰ ਇੰਗਲੈਂਡ ਮਿਲੇ ਸਨ, ਸੁਰਿੰਦਰ ਸਿੰਘ ਜਾਣਦਾ ਥੋੜੇ ਦਿਨ ਪਹਿਲਾਂ। ਉਹਨਾਂ ਨੂੰ ਮੈਂ ਪੁੱਛਿਆ ਵੀ ਆ ਜਿਹੜੀ ਗੱਲ ਸੁਣਨ ਵਿੱਚ ਆਈ ਆ ਵੀ ਜੰਗੀ ਜਰਨੈਲਾਂ ਦੇ ਹਥਿਆਰਾਂ ਨੂੰ ਜ਼ਹਿਰ ਦੀ ਕੁੱਟ ਦਿੱਤੀ ਹੁੰਦੀ ਸੀ, ਕਹਿੰਦਾ ਹਾਂ ਇਹ ਵੀ ਠੀਕ। ਉਦਾਂ ਮੇਰੇ ਉਸਤਾਦ ਜੀ ਗਿਆਨੀ ਕੁਲਵੰਤ ਸਿੰਘ ਦੀ ਬੀਏ ਸਾਹਿਬ ਉਹਨਾਂ ਨੇ ਮੈਨੂੰ ਇੱਕ ਖੰਜਰ ਦਿੱਤਾ ਤੇ ਦੇਣ ਲੱਗੇ, ਕਹਿਣ ਲੱਗੇ ਕਾਕਾ ਇਹ ਖੰਜਰ ਨੂੰ ਜ਼ਹਿਰ ਦੀ ਪੁੱਟ ਦਿੱਤੀ ਆ, ਕਿਤੇ ਚੀਰ ਨਾ ਦੇ ਦੇਈਂ ਜਿਸਮ ਉੱਤੇ, ਜੇ ਚੀਰ ਆ ਗਿਆ ਤੇ ਸਰੀਰ ਤੰਦਰੁਸਤ ਨਹੀਂ ਹੋਣਾ। ਇਹਨੂੰ ਜ਼ਹਿਰ ਦੀ ਪੁੱਟ ਦੇ ਕੇ ਤਿਆਰ ਕੀਤਾ ਹੋਇਆ ਵਾ ਤੇ ਜ਼ਹਿਰ ਜਿਸਮ ਨੂੰ ਗਾਲ ਦਿੰਦਾ, ਜਿੰਨੀਆਂ ਮਰਜ਼ੀ ਦਵਾਈਆਂ ਕਰ ਲਈਏ ਬੰਦਾ ਤੰਦਰੁਸਤ ਨਹੀਂ ਹੁੰਦਾ। ਤੋ ਉਸ ਫੌਜੀ ਨੇ ਦੱਸਿਆ ਵੀ ਜ਼ਹਿਰ ਦੀ ਪੁੱਟ ਇਸ ਲਈ ਦਿੱਤੀ ਜਾਂਦੀ ਆ ਵੀ ਕਿਸੇ ਸੂਰਮੇ ਦੀ ਤਲਵਾਰ ਜਾਂ ਖੰਡੇ ਦਾ ਟੱਕ ਮੈਦਾਨੇ ਜੰਗ ਵਿੱਚ ਲੜਦਿਆਂ ਕਿਸੇ ਦੁਸ਼ਮਣ ਨੂੰ ਲੱਗ ਵੀ ਜਾਵੇ, ਉਥੋਂ ਬਚ ਵੀ ਜਾਵੇ ਤੇ ਮੁੜ ਕੇ ਜਿਉਂਦਾ ਨਹੀਂ ਰਹੇਗਾ, ਕਿਉਂਕਿ ਜ਼ਹਿਰ ਨੇ ਉਹਦੇ ਜਿਸਮ ਤੇ ਅਸਰ ਕਰ ਲੈਣਾ ਤੇ ਉਹਦੇ ਨਾਲ ਉਹਨੇ ਖਤਮ ਹੋ ਜਾਣਾ। ਦੋ ਧਾਰਾ ਫੌਲਾਦ ਦਾ ਹੱਥ ਖੰਡਾ ਫੜਿਆ, ਜਿਸ ਨੂੰ ਕਰ ਕਰ ਮਿਹਨਤਾਂ ਉਸਤਾਦਾਂ ਘੜਿਆ, ਉਹਦੀ ਪਾਣ ਬੁਝਾਈ ਜ਼ਹਿਰ ਵਿੱਚ, ਰਤ ਮੰਗੀ ਸੜਿਆ ਪਾਣ ਬੁਝਾਈ। ਲੋਹਾਰ ਲੋਹੇ ਨੂੰ ਪਾਣ ਦਿੰਦਾ ਹੈ ਪਾਣੀ ਵਿੱਚ, ਪਰ ਉਹਨੂੰ ਜ਼ਹਿਰ ਵਿੱਚ ਦਿੱਤੀ ਜਾਂਦੀ। ਤੇ ਜਿਹੜਾ ਉਹਦੇ ਸਾਹਮਣੇ ਆ ਗਿਆ ਖੰਡੇ ਦੇ ਸਾਹਮਣੇ, ਉਹ ਮੈਦਾਨੇ ਜੰਗ ਵਿੱਚੋਂ ਕਦੇ ਜਿਉਂਦਾ ਨਹੀਂ ਗਿਆ। ਸਰਦਾਰ ਜੀ ਘੋੜੇ ਦੀ ਕੰਨ ਤੇ ਸਵਾਰ ਹੋਏ, ਗਏ ਕਿੱਥੇ? ਪਸ਼ਾਵਰ ਦੀ ਛਾਉਣੀ ਵਿੱਚ ਸਰਦਾਰ ਜੀ ਦੀ ਕਮਾਂਡ ਥੱਲੇ 10,000 ਸੂਰਮਾ ਮੌਜੂਦ ਸੀ। ਘੋੜਾ ਛੇੜ ਕੇ ਬਾਡੀਗਾਰਡਾਂ ਨੂੰ ਨਾਲ ਲੈ ਕੇ ਹਰੀ ਸਿੰਘ ਨਲੂਆ ਬਿਮਾਰੀ ਦੀ ਹਾਲਤ ਵਿੱਚ ਪਸ਼ਾਵਰ ਦੀ ਛਾਉਣੀ ਵਿੱਚ ਜਾ ਪਹੁੰਚੇ। ਸਰਦਾਰ ਦੀ ਆਮਦ ਉੱਤੇ ਖਤਰੇ ਦੀ ਨੌਬਤ ਵੱਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਾਲਸੇ ਤੰਬੂ ਵਿੱਚ ਆਰਾਮ ਕਰਦੇ ਸ਼ੇਰ ਦਾਗੇ ਸਰਦਾਰ ਜੀ ਘੋੜੇ ਦੀ ਕੰਨ ਤੇ ਖਲੋਤੇ ਹੋਏ ਜਸ਼ੀਲੀ ਤਕਰੀਰ ਦੇ ਰਹੇ ਸਨ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਹਾਦਰ ਸਿੰਘੋ, ਮਿਰਜ਼ਾ ਸੰਮੀ ਖਾਨ ਸਿੱਖਾਂ ਤੋਂ ਜਮਰੌਦ ਦਾ ਕਿਲਾ ਖੋਣ ਲਈ ਆਇਆ। ਮਾਂ ਸਿੰਘ ਦੀ ਮਿਲੀ ਹੋਈ ਪੱਤਰਕਾ ਮਿਲੀ। 28 ਅਪ੍ਰੈਲ ਦੀ ਜੰਗ ਵਿੱਚ 200 ਸਿੰਘ ਕਿਲੇ ਦੀ ਰਾਖੀ ਕਰਦਿਆਂ ਸ਼ਹਾਦਤ ਦਾ ਜੰਮ ਪੀ ਗਿਆ। 29 ਅਪ੍ਰੈਲ ਦੀ ਤੋਪਾਂ ਦੀ ਜੰਗ ਨੇ ਕਿਲੇ ਦੀ ਸਾਹਮਣੀ ਬਾਈ ਵਿੱਚ ਪਾੜ ਪਾ ਦਿੱਤਾ ਹੈ। ਸਿੰਘ ਤੋਪਾਂ ਨੂੰ ਪਾੜ ਨੂੰ ਰੋਕਣ ਵਾਸਤੇ ਬੋਰੀਆਂ ਭਰ ਭਰ ਕੇ ਰੇਤਾ ਦੀਆਂ ਰੱਖ ਰਹੇ ਨੇ। ਮਾਨ ਸਿੰਘ ਨੇ ਲਿਖਿਆ, ਜੇ ਦਿਨ ਦੇ ਚੜ੍ਹਾਅ ਤੋਂ ਪਹਿਲਾਂ ਮਦਦ ਨਾ ਆਈ, ਹੋ ਸਕਦਾ ਹੈ ਕਿਲਾ ਗਾਰਾਂ ਦੇ ਕਬਜ਼ੇ ਵਿੱਚ ਚਲੇ ਜਾਵੇ। ਇਸ ਕਰਕੇ ਤਿਆਰੀ ਕੀਤੀ ਜਾਵੇ। ਸਰਦਾਰ ਜੀ ਦੀ ਆਗਿਆ ਪਾ ਕੇ ਗੁਰੂ ਕੇ ਸੂਰਮੇ ਤਿਆਰ ਬਰਤ ਹੋਏ। ਵੱਜੀਆਂ ਨਕਾਰੇ ਦੇ ਚੋਟਾਂ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡ ਕੇ 29 ਅਪ੍ਰੈਲ ਦੀ ਢਲੀ ਹੋਈ ਰਾਤ ਤੋਂ ਬਾਅਦ ਨਲੂਏ ਸਰਦਾਰ ਦੀ ਕਮਾਂਡ ਥੱਲੇ 10,000 ਸੂਰਮਾ ਜਮਰੌਦ ਦੇ ਕਿਲੇ ਦੀ ਰਾਖੀ ਕਰਨ ਵਾਸਤੇ ਇਉਂ ਚੜ੍ਹ ਪਏ।
ਖੁਸ਼ੀ ਨਾਲੇ ਉਹ ਜਕਾਰਿਆ ਕੋ ਛੱਡ ਦੇ, ਖੁਸ਼ੀ ਨਾਲੇ ਉਹ ਜਕਾਰਿਆ ਕੋ ਛੱਡ ਦੇ, ਦਿੱਤੀ ਗੂੜਿਆ ਸਮਾਨ ਤੱਕ ਪਾ। ਉਧਰ ਦੁਸ਼ਮਣਾਂ ਨੂੰ ਸੋਧ ਪਿਆ ਸੀ ਦਲਾ, ਉਧਰ ਦੁਸ਼ਮਣਾਂ ਨੂੰ ਸੋਧ ਪਿਆ ਸੀ ਦਲਾ, ਕਾਲ ਆਇਆ ਰੂਪ ਸਿੰਘਾਂ ਦਾ ਵਟਾ। ਯਾਦ ਰਹਿੰਦੀਆਂ ਬਹਾਦਰਾਂ ਤੇਰੀਆਂ, ਹਾਂ ਜੀ ਹਾਂ ਵਾਰਾ ਤੁਰੀਆਂ ਜਾ। ਸਰਦਾਰਾਂ ਨੇ ਮੁੰਡੇ ਦਾ ਵਿਆਹ ਕੀਤਾ ਤੇ ਨੂੰਹ ਆਈ ਘਰ, ਸਵੇਰੇ ਵੀ ਪਨੀਰ ਸ਼ਾਮ ਨੂੰ ਵੀ ਪਨੀਰ, ਅਗਲੇ ਦਿਨ ਵੀ ਸਵੇਰੇ ਪਨੀਰ ਸ਼ਾਮ ਨੂੰ ਵੀ ਪਨੀਰ। 4-5 ਦਿਨ ਨੂੰ ਪਨੀਰ ਖਾਂਦੀ ਰਹੀ ਤੇ ਫਿਰ ਕਹਿਣ ਲੱਗੀ ਬਾਪੂ ਆਪਾਂ ਟੇਸਟ ਹੀ ਬਦਲ ਕੇ ਵੇਖ ਲਈਏ, ਪਨੀਰ ਹੀ ਖਾਈ ਜਾਣੀ। ਸਵੇਰੇ ਵੀ ਪਨੀਰ ਬਣਦਾ, ਸ਼ਾਮ ਨੂੰ ਵੀ ਪਨੀਰ ਬਣਦਾ, ਕੋਈ ਹੋਰ ਸਬਜ਼ੀ ਬਣਾ ਕੇ ਵੇਖ ਲਈ। ਨੂੰਹ ਨੇ ਆਖਿਆ ਆਪਾਂ ਟੇਸਟ ਬਦਲ ਕੇ ਵੇਖੀਏ। ਜਦੋਂ ਟੇਸਟ ਬਦਲ ਕੇ ਵੇਖਿਆ ਤੇ ਵਾਕਿਆ ਹੀ ਵੱਖਰਾ ਸਵਾਦ ਆਇਆ। ਪੰਜਾਬ ਵਾਲਿਆਂ ਨੇ ਵੀ ਐਤਕੀ ਟੇਸਟ ਬਦਲ ਕੇ ਵੇਖਿਆ, ਕਦੇ ਅਕਾਲੀਆਂ ਦੀ ਸਰਕਾਰ, ਕਦੇ ਕਾਂਗਰਸੀਆਂ ਦੀ ਸਰਕਾਰ, ਤੇ ਪੰਜਾਬ ਵਾਲਿਆਂ ਆਖਿਆ ਆਪਾਂ ਹੁਣ ਟੇਸਟ ਬਦਲ ਕੇ ਵੇਖ ਲਈ ਤੇ ਟੇਸਟ ਬਦਲਿਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ। ਸਾਡੇ ਇਲਾਕੇ ਦਾ ਮਾਣ ਮੱਤਾ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਬਣੇ। ਬੜਾ ਮਾਣ ਹੈ ਉਸ ਜਵਾਨ ਉੱਤੇ, ਸਾਡੇ ਇਲਾਕੇ ਨੂੰ ਵਾਹਿਗੁਰੂ ਚੜ੍ਹਦੀ ਕਲਾ ਦੀ ਦਾਤ ਬਖਸ਼ੇ। ਉਹਨਾਂ ਦੇ ਧਰਮ ਪਤਨੀ ਬਾਬਾ ਜੀ ਦੇ ਪਾਵਨ ਸਥਾਨ ਤੇ ਹਾਜ਼ਰੀ ਭਰਨ ਲਈ ਆਏ। ਲਾਲਜੀਤ ਸਿੰਘ ਭੁੱਲਰ ਦੀ ਚੜ੍ਹਦੀ ਕਲਾ ਵਾਸਤੇ ਵੀਰ ਜੀ ਵੱਲੋਂ ਬਹੁਤ ਸਾਰੀ ਮਾਇਰ ਅਰਦਾਸ ਹੋਈ। ਵਾਹਿਗੁਰੂ ਨਾਮਦਾਨ ਬਖਸ਼ਣ। ਬੀਬੀ ਜੀ ਹੁਣੀ ਵੀ ਮਾਇਰ ਅਰਦਾਸ ਕਰਾ ਕੇ ਗਏ ਨੇ। ਸਤਿਗੁਰੂ ਦੇਸ਼ ਦੀ, ਇਲਾਕੇ ਦੀ, ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ੇ। ਸਰਦਾਰ ਸਾਹਿਬ ਸਿੰਘ ਜੀ ਰਤੋਕਿਆਂ ਵਾਲੇ ਮਾਇਆ ਭੇਜ ਰਹੇ ਨੇ। ਸਟੇਜ ਸਕੱਤਰ ਸਾਹਿਬ ਸਿੰਘ ਜੀ, ਉਹਨਾਂ ਵੱਲੋਂ 200 ਰੁਪਇਆ। ਦਿਲਬਾਗ ਸਿੰਘ ਜੀ ਮਾਇਆ ਭੇਜ ਰਹੇ ਨੇ। ਜੋੜਾ ਘਰ ਦੇ ਸੇਵਾਦਾਰਾਂ ਵੱਲੋਂ ਬਹੁਤ ਸਾਰਾ ਪਿਆਰ ਹਾਜ਼ਰ ਹੈ। ਬਈ ਜੋੜਾ ਘਰ ਦੀ ਸੇਵਾ ਕਰਨੀ ਬੜੀ ਔਖੀ ਬਾਤ। ਦੁਸ਼ਮਣ ਦਾ ਵੀ ਜੋੜਾ ਫੜਨਾ ਹੈ, ਮਿੱਤਰ ਦਾ ਵੀ ਫੜਨਾ। ਪੈਰਾਂ ਨੂੰ ਹੱਥ ਲਾਉਣ ਵਾਸਤੇ ਕੋਈ ਤਿਆਰ ਨਹੀਂ। ਕਿਸੇ ਬਾਪੂ ਦੇ ਪੈਰਾਂ ਨੂੰ ਕਦੇ ਕਿਸੇ ਬੱਚੇ ਨੇ ਹੱਥ ਲਾਇਆ ਜਿਹਨੇ ਉਹਦੀ ਜ਼ਮੀਨ ਦਾ ਵਾਰਸ ਬਣਨਾ। ਸੰਗਤ ਦੇ ਜੋੜੇ ਫੜ ਕੇ ਸਾਂਭ ਕੇ ਰੱਖਣੇ, ਝਾੜ ਕੇ ਰੱਖਣੇ ਤੇ ਉਹਦੀ ਰਖਵਾਲੀ ਕਰਨੀ, ਇਹ ਚੰਗੇ ਭਾਗਾਂ ਦੀ ਨਿਸ਼ਾਨੀ। ਉਹ ਗੁਰਸਿੱਖੋ, ਤੁਸੀਂ ਨਾ ਵੀ ਮਾਇਆ ਅਰਦਾਸ ਕਰਾਓ, ਬਾਬਾ ਵੀਰ ਸਿੰਘ ਫਿਰ ਵੀ ਤੁਹਾਡੇ ਉੱਤੇ ਮਿਹਰਬਾਨ। ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ੇ। ਵੀਰ ਗੁਰਸੇਵਕ ਸਿੰਘ ਜੀ ਆਸਣਾ ਵਾਲੇ ਡਰਾਈਵਰ ਸਾਹਿਬ ਬਹੁਤ ਸਾਰੀ ਮਾਇਆ ਅਰਦਾਸ ਕਰਾ ਰਹੇ। ਸਤਿਗੁਰੂ ਨਾਮਦਾਨ ਬਖਸ਼ਣ। ਬਲਵੀਰ ਸਿੰਘ ਜੀ ਕਲਸਾਂ ਵਾਲੇ, ਕੁਲਦੀਪ ਸਿੰਘ ਜੀ ਵੱਲੋਂ ਬਹੁਤ ਸਾਰਾ ਪਿਆਰ ਹਾਜ਼ਰ ਹੈ। ਜਥੇਦਾਰ ਤਰਲੋਚਨ ਸਿੰਘ ਜੀ ਸਤਿਕਾਰ ਕਮੇਟੀ, ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਹਾਜ਼ਰ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਉਹਨਾਂ ਦੀ ਪਤਨੀ ਹਾਜ਼ਰੀ ਭਰਨ ਵਾਸਤੇ ਆਏ। ਸਰਮਾਇਆ ਅਰਦਾਸ ਕਰਾਈ, ਗੁਰੂ ਨਾਮਦਾਨ ਬਖਸ਼। ਤੰਦਰੁਸਤੀ ਵਾਸਤੇ ਵੀਰ ਜੀ ਮਾਇਆ ਅਰਦਾਸ ਕਰਾ ਕੇ ਗਏ ਨੇ। ਨਾ ਤਾਂ ਮੈਨੂੰ ਵਿਸਰ ਗਿਆ, ਬਾਬਾ ਸਾਰਿਆਂ ਦੇ ਨਾਮ ਆਪ ਹੀ ਜਾਣਦਾ ਹੈ। ਜਿਵੇਂ ਘਰ ਦੇ 5-7 ਮੈਂਬਰ ਹੋਣ ਤੇ ਮੁਖੀ ਨੂੰ ਪਤਾ ਹੁੰਦਾ ਵੀ ਸਿਆਲ ਆਉਣ ਵਾਲਾ ਹੈ, ਕਿਹੜੇ ਨਿਆਣੇ ਦੇ ਬੂਟ ਟੁੱਟੇ ਨੇ, ਕਿਹਦੇ ਕੱਪੜੇ ਹੈ ਨਹੀਂ ਸਿਆਲ ਵਾਲੇ, ਕਿਹਨੂੰ ਟੋਪੀ ਲੈ ਕੇ ਦੇਣੀ, ਕਿਹਨੂੰ ਪੱਗ ਲੈ ਕੇ ਦੇਣੀ, ਸਾਰੀ ਜ਼ਿੰਮੇਵਾਰੀ ਹੁੰਦੀ ਨਾ। ਤੇ ਆਪਾਂ ਸਾਰੇ ਬਾਪੂ ਦੇ ਪੋਤਾਂ ਦੇ, ਉਹਨਾਂ ਨੂੰ ਪਤਾ ਹੀ ਆ ਸਾਰਾ। ਆਪਣਾ ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਤੇ ਕਿਰਪਾ ਕਰਨ। ਗੁਰੂ ਦੇ ਪਾਵਨ ਚਰਨਾਂ ਵਿੱਚ ਅਰਦਾਸ ਕਰਨ। ਸਰਦਾਰ ਹਰੀ ਸਿੰਘ ਨਲੂਆ 10,000 ਸੂਰਮਾ ਲੈ ਕੇ ਜਮਰੌਦ ਦੇ ਮੈਦਾਨ ਵਿੱਚ ਜਾ। ਸਤਿ ਸ੍ਰੀ ਅਕਾਲ ਦੇ ਜੈਕਾਰਾਂ ਨਾਲ ਦਰਰਾ ਖੈਬਰ ਦੀਆਂ ਕਾਲੀਆਂ ਪਹਾੜੀਆਂ ਗੂੰਜ ਉੱਠੀਆਂ। ਦੁਸ਼ਮਣਾਂ ਨੂੰ ਸੋਗ ਪੈ ਗਿਆ ਕਿ ਆ ਗਿਆ ਨਲੂਆ। ਸੁਣਿਆ ਸੀ ਬਿਮਾਰ ਹੈ, ਉੱਠ ਨਹੀਂ ਸਕਦਾ, ਸਰੀਰ ਨਿਰਬਲ ਪੈ ਗਿਆ। ਹੁਣ ਜਮਰੌਦ ਦਾ ਕਿਲਾ ਸਾਡੇ ਕਬਜ਼ੇ ਵਿੱਚ ਨਹੀਂ ਆਇਆ। ਸਰਦਾਰ ਜੀ ਨੇ ਆਪਣੀ ਫੌਜ 3 ਹਿੱਸਿਆਂ ਵਿੱਚ ਵੰਡ ਲਈ। ਨਿਦਾਨ ਸਿੰਘ 5 ਹੱਥਾ, ਅਮਰ ਸਿੰਘ ਮਜੀਠੀਆ ਇੱਕ ਫੌਜ ਦਾ ਹਿੱਸਾ ਨਿੱਜੀ ਰਾਜਵਾ ਰੱਖ ਲਿਆ। ਇੱਕ ਨੂੰ ਸੱਜੇ ਪਾਸੇ ਤੋਂ ਹਮਲਾ ਕਰਨ ਲਈ ਕਿਹਾ, ਇੱਕ ਨੂੰ ਖੱਬੇ ਪਾਸੇ ਤੋਂ ਕਿਹਾ। ਆਪ ਸਿੱਧਾ ਹਮਲਾ ਕਰਨਾ ਸੀ, ਇਹ ਵੀ ਜਾਣਦੇ ਸਨ। ਜਿਹੜਾ 800 ਕਿਲੇ ਵਿੱਚੋਂ ਪਿਛਲੇ ਪਾਸਿਓਂ ਹਮਲਾ ਕਰ, ਸਮੀ ਖਾਂ ਆ ਜਾਵੇਗਾ ਘੇਰੇ ਵਿੱਚ ਤੇ ਫੇਰ ਦੱਸਾਂਗੇ ਵੀ ਕਿਵੇਂ ਗੱਲ ਬਣਦੀ। ਸਤਿ ਸ੍ਰੀ ਅਕਾਲ ਦੇ ਜੈਕਾਰੇ ਛੱਡ ਕੇ ਹੱਲਾ ਬੋਲ ਦਿੱਤਾ ਗਿਆ। ਜੰਗ ਆਰੰਭ ਹੋਈ। ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਦੁਸ਼ਮਣ ਨੂੰ ਲੋਹੇ ਦੇ ਚਣੇ ਚਬਾਏ ਜਾ ਰਹੇ ਸਨ।
ਲੱਤਾਂ ਬਾਹਾਂ ਸਿੰਘ ਤਲਵਾਰਾਂ ਚਲਾ ਕੇ ਦੁਸ਼ਮਣ ਦੀਆਂ ਮੈਦਾਨੇ ਜੰਗ ਵਿੱਚ ਕੱਟ ਰਹੇ ਸਨ। ਹਾਏ ਅੱਲਾ ਦੀਆਂ ਆਵਾਜ਼ ਆ ਰਹੀਆਂ ਸਨ। ਪਾਣੀ ਦੀ ਮੰਗ ਆ ਰਹੀ, ਆਵਾਜ਼ ਆ ਰਹੀ ਸੀ। ਕੁਦਰਤ ਨੇ ਸਬੱਬ ਬਣਾਇਆ, ਲੜਾਈ ਸਿਖਰਾਂ ਤੇ ਚੱਲ ਰਹੀ ਸੀ। ਦੋਨਾਂ ਫੌਜਾਂ ਦੇ ਸੈਨਾਪਤੀ ਆਮੋ ਸਾਹਮਣੇ ਹੋ ਗਏ। ਇੱਕ ਪਾਸੇ ਸਰਦਾਰ ਹਰੀ ਸਿੰਘ ਨਲੂਆ, ਦੂਜੇ ਪਾਸੇ ਮਿਰਜ਼ਾ ਸੰਮੀ ਖਾਨ ਆਪਣੇ ਘੋੜੇ ਦੀ ਕਣ ਤੇ ਸਵਾਰ। ਸਰਦਾਰ ਜੀ ਨੇ ਸੰਮੀ ਖਾਨ ਨਾਲ ਨਜ਼ਰਾਂ ਮਿਲਾ ਕੇ ਆਖਿਆ, ਓਏ ਸੰਮੀ ਖਾਨ, ਮੈਦਾਨੇ ਜੰਗ ਵੇਲੇ ਨਜ਼ਰ ਮਾਰ ਕੇ ਵੇਖ, ਤੇਰੀ ਕੌਮ ਦੇ ਜਵਾਨ ਰਣ ਤੱਤੇ ਦੀ ਕਿੰਨੀ ਗਿਣਤੀ ਵਿੱਚ ਭੇਟਾ ਹੋ ਚੁੱਕੇ ਨੇ। ਓਏ ਲੋਕਾਂ ਦੇ ਪੁੱਤ ਮਰਵਾਉਣ ਨਾਲੋਂ ਆਪਾਂ ਦੋਵੇਂ ਸੈਨਾਪਤੀ ਆਪਾਂ ਦੋ ਹੱਥ ਕਰਕੇ ਵੇਖ ਲਈਏ। ਤੇ ਸਰਦਾਰ ਜੀ ਨੇ ਆਖਿਆ, ਜਿਹੜਾ ਜਿੱਤ ਜਾਵੇਗਾ ਉਹਦੀ ਜਿੱਤ ਦਾ ਐਲਾਨ ਕਰ ਦਿੱਤਾ ਜਾਵੇਗਾ। ਹਰੀ ਸਿੰਘ ਨਲੂਏ ਨੇ ਆਖਿਆ, ਸੰਮੀ ਖਾਨ, ਪੰਜਾਬੀ ਦੀ ਜੇਬ ਵਿੱਚ ਕੌਡੀ ਨਾ ਹੋਵੇ, ਮਹਿਮਾਨ ਨਵਾਜੀ ਵਿੱਚ ਕਸਰ ਕੋਈ ਬਾਕੀ ਨਹੀਂ ਛੱਡ। ਮਹਿਮਾਨ ਨਵਾਜੀ ਕਰਦਿਆਂ ਦੇ ਖਾਲਸੇ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਤੈਨੂੰ 3 ਵਾਰ ਕਰਨ ਦੀ ਆਗਿਆ ਦੇਵਾਂ। ਤੇਰੇ 3 ਵਾਰਾਂ ਵਿੱਚੋਂ ਇੱਕ ਵੀ ਵਾਰ ਮੇਰੇ ਜਿਸਮ ਨੂੰ ਛੋਹ ਗਿਆ, ਮੈਂ ਤੇਰੀ ਜਿੱਤ ਦਾ ਐਲਾਨ ਕਰਦਾ। ਤੇ ਜੇ ਮੈਂ ਤੇਰੇ 3 ਵਾਰ ਰੋਕ ਲੈ, ਮੋੜ ਕੇ ਤੇਰੇ ਉੱਤੇ 3 ਨਹੀਂ ਕੇਵਲ 1 ਵਾਰ ਕਰਾਂਗਾ। ਸੰਮੀ ਖਾਨ ਦੇ ਨਲੂਏ ਸਰਦਾਰ ਦਾ 1 ਵਾਰ ਤੂੰ ਰੋਕ ਲਿਆ, ਫਿਰ ਵੀ ਤੇਰੀ ਕੌਮ ਦਾ ਝੰਡਾ ਫੜ ਕੇ ਤੇਰੀ ਜਿੱਤ ਦਾ ਐਲਾਨ ਕਰਦਾ। ਸਰਦਾਰ ਜੀ ਨੇ ਬੜੀ ਵੱਡੀ ਰਿਆਇਤ ਦਿੱਤੀ ਸੀ। ਸੰਮੀ ਖਾਨ ਨੇ ਤਲਵਾਰ ਬੇਮਿਆਨ ਕੀਤੀ, ਸਰਦਾਰ ਜੀ ਤੇ ਵਾਰ ਕੀਤਾ। ਨਲੂਏ ਸਰਦਾਰ ਨੇ ਰੋਕਿਆ, ਦੂਜਾ ਵਾਰ ਕੀਤਾ, ਉਹ ਵੀ ਰੋਕਿਆ। ਤੀਜੀ ਵਾਰੀ ਮਰਦੇ ਦੇ ਜੀ ਨਾਲ ਤਲਵਾਰ ਸੁੱਟੀ, ਜਿਹੜੀ ਸਰਦਾਰ ਜੀ ਤੱਕ ਕੱਪੜੀ ਵੀ ਨਹੀਂ। ਜਦੋਂ 3 ਵਾਰ ਖਾਲੀ ਗਏ ਤੇ ਸੰਮੀ ਖਾਨ ਕਹਿੰਦਾ, ਦੁਨੀਆ ਦੇ ਲੋਕ ਕਹਿੰਦੇ ਨੇ ਜ਼ਿੰਦਗੀ ਨਾਲੋਂ ਸੰਸਾਰ ਵਿੱਚ ਕੋਈ ਚੀਜ਼ ਕੀਮਤੀ। ਤੇਰੇ ਕੋਲੇ ਤੇਜ਼ ਦੌੜਨ ਵਾਲਾ ਘੋੜਾ ਦੌੜਾ ਕੇ ਮੈਦਾਨੇ ਜੰਗ ਵਿੱਚੋਂ ਨਿਕਲ ਜਾ, ਫੇਰ ਕਿਤੇ ਨਲੂਏ ਨਾਲ 2 ਹੱਥ ਕਰ ਲਾ। ਘੋੜਾ ਦੌੜਾਇਆ, ਮੈਦਾਨੇ ਜੰਗ ਵਿੱਚੋਂ ਦੌੜਨਾ ਚਾਹੁੰਦਾ ਸੀ। ਮਾਣ ਕੇ ਕਲੀ ਗਾਇਆ ਕਰਦਾ ਸੀ, ਵਕਤ ਪੈ ਤੇ ਪਰਖੀ ਜਾਂਦੀ ਯਾਰੀ ਯਾਰਾਂ ਦੀ, ਪੁੱਤ ਬਰਾਬਰ ਦਾ ਜਦ ਅੱਗਿਓਂ ਲਲਕਾਰਦਾ। ਪਤਾ ਤੇ ਉਦੋਂ ਲੱਗਦਾ ਜਦੋਂ ਬਰਾਬਰ ਦੇ ਨਾਲ ਵਾਹ ਪਈ ਹੋਈ। ਸੰਮੀ ਖਾਨ ਬੇਸ਼ੱਕ ਜੰਗਾਂ ਜਿੱਤਦਾ ਰਿਹਾ ਸੀ, ਪਰ ਨਲੂਏ ਨਾਲ ਵਾਹ ਨਹੀਂ ਸੀ। ਸਰਦਾਰ ਜੀ ਦੇ ਵਾਰ ਕਰਕੇ ਘੋੜਾ ਦੌੜਾ ਕੇ ਨੱਸਣਾ ਚਾਹੁੰਦਾ ਸੀ। ਸਰਦਾਰ ਜੀ ਨੇ ਲਾਈ ਆਪਣੇ ਰਾਖੀ ਮੋਢੀ, ਹਵਾ 'ਚ ਉਡਾ ਦਿੱਤਾ ਘੋੜਾ। ਸੰਮੀ ਖਾਨ ਦੇ ਸਾਹਮਣੇ ਖਿੱਚ ਕੇ ਲਗਾਮਾਂ ਪਾ ਕੇ ਰਕਾਬਾਂ ਦੇ ਭਾਰ। ਸੰਮੀ ਖਾਨ ਮੁਖਾਤਬ ਹੋ ਕੇ ਕਹਿਣ ਲੱਗੇ, ਵਾਹ ਓਏ ਮਿੱਤਰਾ, ਇਹ ਕਿੱਧਰ ਦਾ ਨਿਆਂ? ਪਹਿਲਾਂ ਸੱਜਣ ਦੇ ਘਰ ਵਿੱਚ ਭਾਜੀ ਕੱਲੀਓ, ਉਹ ਨਿਉਂਦਰਾ ਲੈ ਕੇ ਆਵੇ ਤੇ ਉਡੀਕ ਹੀ ਨਾ ਰੱਖੀ। ਯਾਦ ਰੱਖ ਸੰਮੀ ਖਾਨ, ਵਾਅਦੇ ਦੇ ਖਰਾ ਉਤਰਾਂਗਾ। ਤੂੰ 3 ਵਾਰ ਕੀਤੇ, ਮੈਂ ਰੋਕੇ, ਮੁੜ ਕੇ ਤੇਰੇ ਤੇ 3 ਨਹੀਂ ਕਰਾਂਗਾ, ਕੇਵਲ 1 ਵਾਰ ਕਰਾਂਗਾ। ਜਾਂਦਾ ਜਾਂਦਾ ਮੇਰਾ ਵਾਰ ਲੈ ਜਾ। ਧਾਕ ਤੇ ਲਟਕੀ ਸ੍ਰੀ ਸਾਹਿਬ ਬੇਮਿਆਨ ਕਰਕੇ ਸਤਿ ਸ੍ਰੀ ਅਕਾਲ ਦਾ ਜੈਕਾਰਾ ਛੱਡ ਕੇ ਫਲਾਦੀ ਸੰਦੋ ਨਾਲ ਮੜੇ ਹੋਏ ਸੰਮੀ ਖਾਨ ਉੱਤੇ ਨਲੂਏ ਸਰਦਾਰ ਨੇ ਤੇਗਦਾ ਵਾਰ ਹੈ। सदा खिजावा जो मोल दिए असी कदों बहारा दा जिक्र कीता असी सदा शहीदां दे गीत गाए नहीं पंथ गुजारा दा जिक्र कीता असी कदे नहीं जुल्फां दी बात पाई जदों कीता तलवारां दा जिक्र कीता अपने जिस्मां दे नाल नी प्यार करदे लगे अलिख दे जिन्हां नूं तीर हुंदे जेड़े बोल सुबान चों कढ लैंदे सच जाणिओ लहे लकीर हुंदे मारे
ਸ਼ਮਸ਼ੀਰ ਹੁੰਦੇ ਪਰਬਤ ਚੀਰੇ ਸਿਤਾਰੇ ਲੰਘ ਜਾਂਦੇ ਯੋਧੇ ਜੱਗ ਤੇ ਅਮਰ ਅਖੀਰ ਹੁੰਦੇ ਯੋਧੇ ਜੱਗ ਤੇ ਅਮਰ ਅਖੀਰ ਹੁੰਦੇ ਮਾਰੀ ਨਲਵੇ ਸ਼ੇਰ ਦੀ ਬੱਲੇ ਪਦਕਾ ਕੇ 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 ਕਿੱਥੇ ਚੱਲੇ ਖਾਨ ਦੀ ਤਲਵਾਰ ਬਚਾ 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 ਕੇ ਨਸਲ ਕੰਮ ਨਹੀਂ ਮਰਦ ਦਾ ਵੀ ਨਸਲ ਕੰਮ ਨਹੀਂ ਮਰਦ ਦਾ ਨਸਲ ਕੰਮ ਨਹੀਂ ਮਰਦ ਦਾ ਰਣ ਕੰਡ ਵਿਖਾ ਕੇ ਨਸਲ ਕੰਮ ਨਹੀਂ ਮਰਦ ਦਾ ਰਣ ਕੰਡ ਵਿਖਾ ਕੇ ਨਸਲ ਕੰਮ ਨਹੀਂ ਮਰਦ ਦਾ ਰਣ ਕੰਡ ਵਿਖਾ ਕੇ ਨਸਲ ਕੰਮ ਨਹੀਂ ਮਰਦ ਦਾ ਰਣ ਕੰਡ ਵਿਖਾ ਕੇ ਨਸਲ ਕੰਮ ਨਹੀਂ ਮਰਦ ਦਾ ਰਣ ਕੰਡ ਵਿਖਾ ਕੇ ਲੜਾਈ ਜੇ ਰੋਕਿਆ ਕੋਈ ਚਾਰਾ ਲਾ 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 ਕੇ ਫਿਰ ਕੀ ਚੰਡੀ ਸਿੰਘ ਨੇ ਜਰਾ ਹੱਥੀ ਲਾ ਕੇ ਛਿੜਕੀ ਚੰਡੀ ਸਿੰਘ ਨੇ ਜਰਾ ਹੱਥੀ ਲਾ ਕੇ ਛਿੜਕੀ ਚੰਡੀ ਸਿੰਘ ਨੇ ਜਰਾ ਹੱਥ ਹਿਲਾ ਕੇ ਛਿੜਕੀ ਚੰਡੀ ਸਿੰਘ ਨੇ ਜਰਾ ਹੱਥ ਹਿਲਾ ਕੇ ਇਸ ਚੀਰੀਆਂ ਤੋਂ ਗੁਲਾਬ ਦਾ ਹੋ ਰੱਤ ਪੀਤੀ ਜਾਗੇ ਚੀਰਿਆ ਕੋੜ ਫਲਾਦ ਦਾ ਰੱਤ ਪੀਤੀ ਜਾ ਕੇ ਚੀਰਿਆ ਕੋੜ ਫਲਾਦ ਦਾ ਰੱਤ ਪੀਤੀ ਜਾ ਕੇ ਘੋੜੇ ਉੱਤੋਂ ਸੁੱਟ ਲਿਆ ਨੂੰ ਘੋੜੇ ਉੱਤੋਂ ਸੁੱਟ ਲਿਆ ਘੋੜੇ ਉੱਤੋਂ ਸੁੱਟ ਲਿਆ ਥੱਲੇ ਪਟਕਾ ਕੇ ਘੋੜੇ ਉੱਤੋਂ ਸੁੱਟ ਲਿਆ ਥੱਲੇ ਪਟਕਾ ਕੇ ਘੋੜੇ ਉੱਤੋਂ ਸੁੱਟ ਲਿਆ ਥੱਲੇ ਪਟਕਾ ਕੇ ਘੋੜੇ ਉੱਤੋਂ ਸੁੱਟ ਲਿਆ ਥੱਲੇ ਪਟਕਾ ਕੇ
ਵਿੱਚ ਮੈਂ ਇੱਕ ਬੇਨਤੀ ਕੀਤੀ ਸੀ। ਕਬੀਰ ਸਾਹਿਬ ਕਹਿੰਦੇ ਸੰਤ ਕੀ ਗੈਲ ਨਾ ਛੋਡੀਏ ਮਾਰਗ ਲਾਗਾ ਜਾ। ਨਤੀਜਾ ਕੀ ਨਿਕਲੇਗਾ? ਪੇਖਤ ਹੀ ਪਨੀਤ ਹੋਏ ਭੇਟ ਤੇ ਜਪੀਏ ਨਾਮ। ਦੇਖਦਿਆਂ ਦੇਖਦਿਆਂ ਦਰਸ਼ਨ ਕੀਤਿਆਂ ਹੀ ਆਤਮਾ ਸੁੱਚੀ ਹੋ ਜਾਵੇ, ਆਤਮਾ ਨਿਰਛਲ ਹੋ ਜਾਂਦੀ। ਤੇ ਜੇ ਵਾਰਤਾਲਾਪ ਕਰੀਏ ਤੇ ਰੱਬ ਦਾ ਨਾਂ ਚਿੱਤੇ ਆਉਂਦਾ। ਹਕੀਕਤ ਦੇਖਣ ਲਈ ਮਿਲ ਰਹੀ ਹੈ। ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਸਾਹਿਬ ਜੀ ਸਤਿਗੁਰੂ ਦੇ ਪਾਵਨ ਦਰਬਾਰ ਵਿੱਚ ਆਏ, ਪੇਖਤ ਹੀ ਪਨੀਤ ਹੋਏ। ਬੜਾ ਅੱਛਾ ਸੁਭਾਅ, ਉੱਚੀ ਉਪਾਧੀ, ਛੇਵੇਂ ਪਾਤਸ਼ਾਹ ਦੀਆਂ ਨਵਾਜ਼ੀਆਂ ਹੋਈਆਂ ਆਤਮਾਵਾਂ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਬਖਸ਼ਣ ਦੇ ਪਾਤਰ ਬਾਬਾ ਜੀ ਜਥੇ ਦੇ ਸਿੰਘਾਂ ਨੂੰ ਨਾਲ ਲੈ ਕੇ ਹਾਜ਼ਰੀ ਭਰਨ ਲਈ ਆਏ। ਦਰਸ਼ਨ ਕੀਤਿਆਂ ਵੀ ਪ੍ਰਸੰਨਤਾ ਹੋਈ, ਨੇੜਤਾ ਕੀਤਿਆਂ ਰੱਬ ਦਾ ਨਾਮ ਚੇਤੇ ਆਉਂਦਾ। ਢਾਡੀ ਕਲਾ ਨੂੰ ਨਵਾਜ਼ਦੇ ਹੋਏ ਮੈਂ ਕਈ ਵਾਰੀ ਇਹ ਗੱਲ ਸਟੇਜ ਉੱਤੇ ਕੀਤੀ ਹੈ, ਅਗਰ ਬਾਬਾ ਬਿਧੀ ਚੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਨੂੰ ਸਾਡੀ ਦੱਸ ਨਾ ਪਾਉਂਦੇ ਤੇ ਢਾਡੀ ਪਿੰਡਾਂ ਦੀਆਂ ਸੱਥਾਂ ਦੇ ਸ਼ਿੰਗਾਰ ਹੁੰਦੇ, ਧਾਰਮਿਕ ਸਟੇਜਾਂ ਤੇ ਨਾ ਗਾਉਂਦੇ। ਇਹ ਬਾਬਾ ਬਿਧੀ ਚੰਦ ਸਾਹਿਬ ਦੀ ਮਹਾਨ ਕਿਰਪਾ ਹੈ। ਜਿੱਥੇ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਕਿਰਪਾ ਕੀਤੀ, ਉੱਥੇ ਬਾਬਾ ਜੀ ਉਹਨਾਂ ਦੀ ਬੰਸ ਵਿੱਚੋਂ ਨੇ। ਸੋਈ ਕੋਲ ਭਲੀ ਜੇ ਕੋਲ ਹਰ ਕੋ ਦਾਸ। ਉਹੀ ਬਖਸ਼ਾਂ ਅੱਜ ਵੀ ਢਾਡੀ ਸਿੰਘਾਂ ਉੱਤੇ ਬਾਬਾ ਜੀ ਕਰਦੇ ਅਸੀਸਾਂ ਭੇਜ ਰਹੇ ਨੇ। ਦੀਰਘਾਜੂ ਵਾਸਤੇ ਗੁਰੂ ਬਾਬਾ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ। ਤੇ ਜਿਹੜਾ ਸਾਧੂ ਦਾ ਸੰਗ ਕਰਦਾ ਨਾ, ਉਹ ਆਪ ਵੀ ਤਰ ਜਾਂਦਾ, ਕੁਲਾਂ ਵੀ ਤਰ ਜਾਂਦਾ। ਗਿਆਨੀ ਗੁਰਜੰਟ ਸਿੰਘ ਜੀ ਬੈਂਕਾ ਕਵੀਸ਼ਰੀ ਜਥਾ ਲੈ ਕੇ ਮਹਾਰਾਜ ਦੀ ਹਾਜ਼ਰੀ ਵਿੱਚ ਹੈ। ਬਾਬਾ ਜੀ ਦਾ ਸੰਗ ਕਰਨ ਕਰਕੇ ਜਾਣੀ ਪਾਰਸ ਨਾਲ ਲੱਗਾ ਹੋਇਆ ਲੋਹਾ ਵੀ ਸੋਨਾ ਬਣ ਜਾਂਦਾ। ਆਸਟ੍ਰੇਲੀਆ ਦੀ ਧਰਤੀ ਤੋਂ ਕੁਝ ਕੁ ਦਿਨ ਪਹਿਲਾਂ ਆਏ, ਸਾਡੇ 2 ਕੁ ਦਿਨ ਦੇ ਵਕਫੇ ਨਾਲ ਜਹਾਜ਼ ਉਤਰੇ। ਮੈਂ ਤੇ ਸਵਿੰਦਰ ਸਿੰਘ ਇੰਗਲੈਂਡ ਗਏ ਸਾਂ ਤੇ ਬੈਂਕਾ ਜੀ ਆਪਣਾ ਜਥਾ ਲੈ ਕੇ ਆਸਟ੍ਰੇਲੀਆ ਗਏ ਸਨ। 2 ਕੁ ਦਿਨ ਦੇ ਵਕਫੇ ਨਾਲ ਇਹ ਦੋਵੇਂ ਜਥੇ ਪੰਜਾਬ ਦੀ ਧਰਤੀ ਤੇ ਆਏ ਗੁਰੂ ਦਾ ਜਸ ਕਰਨ ਵਾਸਤੇ। ਬੈਂਕਾ ਜੀ ਉੱਤੇ ਜਿੱਥੇ ਬਾਬਾ ਜੀ ਦੀ ਮਹਾਨ ਕਿਰਪਾ ਹੈ, ਸਾਡੇ ਉੱਤੇ ਵੀ ਕਿਰਪਾ ਹੈ। ਇਹ ਵੱਖਰੀ ਗੱਲ ਵੀ ਅਸੀਂ ਚੋਲੇ ਨਹੀਂ ਪਾਏ, ਪਰ ਮੰਨਦੇ ਹਾਂ ਵੀ ਬਾਬਾ ਜੀ ਦੀ ਸਾਡੇ ਤੇ ਕਿਰਪਾ ਹੈ। ਇਸ ਲਈ ਕਿਰਪਾ ਹੈ ਕਿ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਢਾਡੀ ਕਲਾ ਤੇ ਕਿਰਪਾ ਕੀਤੀ, ਤੇ ਬਾਬਾ ਜੀ ਉਹੀ ਕਿਰਪਾ ਢਾਡੀ ਸਿੰਘਾਂ ਤੇ ਅੱਜ ਵੀ ਵਰਤਾ ਰਹੇ ਨੇ। ਸਤਿਗੁਰੂ ਕਿਰਪਾ ਕਰਨ। ਬੈਂਕਾ ਜੀ ਦੇ ਸਾਰੇ ਜਥੇ ਵੱਲੋਂ ਬਹੁਤ ਸਾਰਾ ਪਿਆਰ ਹਾਜ਼ਰ ਹੋਇਆ ਜੀ। ਨਲੂਏ ਸਰਦਾਰ ਦੀ ਤੇਗ ਦੇ ਵਾਰ ਨਾਲ ਮਿਰਜ਼ਾ ਸਮੀ ਖਾਨ ਜ਼ਖਮੀ ਹੋ ਕੇ ਧਰਤੀ ਤੇ ਡਿੱਗ ਪਿਆ। ਜ਼ਿੰਦਗੀ ਦੀ ਭੀਖ ਮੰਗਣ ਲੱਗਾ ਤੇ ਉਹਦੇ ਬਾਡੀਗਾਰਡਾਂ ਨੇ ਉਠਾ ਕੇ ਮੈਦਾਨੇ ਜੰਗ ਵਿੱਚ ਪਾਸੇ ਲਿਜਾਇਆ। ਨਿਧਾਨ ਸਿੰਘ ਦੀ ਇਮਦਾਦ ਵਾਸਤੇ ਸਰਦਾਰ ਹਰੀ ਸਿੰਘ ਨਲੂਆ ਦਰਰਾ ਖੈਬਰ ਦੀਆਂ ਕਾਲੀਆਂ ਪਹਾੜੀਆਂ ਵੱਲੇ ਵਧਦਾ ਜਾ ਰਿਹਾ ਸੀ। ਡੋਗਰਿਆਂ ਦੇ ਬੰਦਿਆਂ ਨੇ ਕਾਰਬਾਈਨ ਦੇ ਫਾਇਰ ਕੀਤੇ। ਇੱਕ ਛਾਤੀ ਵਿੱਚ ਲੱਗਾ, ਇੱਕ ਵੱਖੀ ਵਿੱਚ ਲੱਗਾ। ਘੋੜੇ ਦੇ ਸਵਾਰ ਹੋ ਨਲੂਆ ਸਰਦਾਰ ਜਮਰੌਦ ਦੇ ਕਿਲੇ ਦੇ ਦਰਵਾਜ਼ੇ ਤੇ ਆਇਆ। ਮਾਨ ਸਿੰਘ ਨੇ ਉਤਾਰ ਕੇ ਪਲੰਘ ਤੇ ਲਿਟਾਇਆ। ਹਕੀਮ ਨੇ ਇਲਾਜ ਕਰਨਾ ਚਾਹਿਆ, ਪਰ ਕਲਗੀ ਵਾਲੇ ਪਾਤਸ਼ਾਹ ਦਾ ਸੱਦਾ ਆਣ ਪਹੁੰਚਾ ਸੀ। ਸ਼ਹਾਦਤ ਦਾ ਜਾਮ ਪੀਣ ਤੋਂ ਪਹਿਲਾਂ ਨਲੂਏ ਸਰਦਾਰ ਨੇ ਮਾਨ ਸਿੰਘ ਤੇ ਨਾਲ ਦੇ ਸਿੰਘਾਂ ਨਾਲ ਆਖਿਆ, ਮੇਰੀ ਸ਼ਹਾਦਤ ਦੀ ਖਬਰ ਗੁਪਤ ਰੱਖਣੀ, ਮੇਰੀ ਚਿਖਾ ਜਮਰੌਦ ਦੇ ਕਿਲੇ ਵਿੱਚ ਤਿਆਰ ਕਰਨੀ, ਮੇਰਾ ਨਾਂ ਲੈ ਕੇ ਮੈਦਾਨੇ ਜੰਗ ਵਿੱਚ ਨਗਾਰਾ ਵਜਾ ਕੇ ਜੰਗ ਲੜਦੇ ਰਹਿਣਾ, ਔਰ ਜਦੋਂ ਮੇਰਾ ਅੰਤਮ ਸੰਸਕਾਰ ਕਰਨਾ ਮੇਰਾ ਮੂੰਹ ਕਾਬਲ ਵੱਲ ਰੱਖਣਾ, ਕਿਉਂਕਿ ਮੈਂ ਛਾਤੀ ਵਿੱਚ ਖਾਧੀ ਤੇ ਛਾਤੀ ਵਿੱਚ ਮਾਰੀ। ਮੈਂ ਕਦੇ ਵੀ ਦੁਸ਼ਮਣ ਵੱਲੇ ਕੰਢ ਨਹੀਂ ਕੀਤੀ। ਮੇਰਾ ਦੁਧਾਰਾ ਖੰਡਾ ਮੇਰੇ ਨਾਲ ਟਿਕਾ ਦੇਣਾ। ਇਹ ਕੇਸਰੀ ਨਿਸ਼ਾਨ ਗੈਰਾਂ ਦੇ ਸਾਹਮਣੇ ਕਦੇ ਨਾ ਝੁਕਾਉਣਾ। ਇਹ ਝੁਲਦਾ ਰਹਿ ਮੇਰੀ ਪਰਬਲ ਇੱਛਾ ਸੀ। ਇਹ ਕਹਿ ਕੇ ਸਦਾ ਦੀਆਂ ਜਿੱਤਾਂ ਜਿੱਤਣ ਵਾਲਾ ਸਰਦਾਰ ਹਰੀ ਸਿੰਘ ਨਲੂਆ ਪੰਥ ਨੂੰ ਅੰਤੋਂ ਫਤਿਹ ਬੁਲਾ ਕੇ ਸ਼ਹਾਦਤ ਦਾ ਜਾਮ। ਇਤਿਹਾਸ ਦੀ ਕਦਰ ਵਿੱਚ ਗੁਰੂ ਕੀ ਸੰਗਤ ਵੱਲੋਂ ਬਹੁਤ ਸਾਰਾ ਪਿਆਰ ਭੇਜੇਗਾ। ਸਤਿਗੁਰੂ ਨਾਮਦਾਨ ਬਖਸ਼ਣ। ਬਾਬਾ ਜੀ ਦਾ, ਸੈਕਟਰੀ ਸਾਹਿਬ ਦਾ, ਸਾਊਂਡ ਵਾਲੇ ਵੀਰ ਦਾ, ਗੁਰੂ ਕੀ ਸੰਗਤ ਦਾ ਲਾਈਵ ਚਲਾ ਰਹੇ ਕੇਸਰੀ ਚੈਨਲ ਵਾਲੇ। ਪਤਾ ਨਹੀਂ ਗੁਰਜਿੰਦਰ ਸਿੰਘ ਨੇ ਚੋਣ ਕਿਵੇਂ ਕੀਤੀ ਇਸ ਚੈਨਲ ਦੀ। ਕੇਸਰੀ ਚੈਨਲ, ਜਿਵੇਂ ਪੰਥ ਨੂੰ ਕੇਸਰੀ ਚੈਨਲ ਪਿਆਰਾ ਨਾ, ਕਲਗੀ ਵਾਲੇ ਪਾਤਸ਼ਾਹ ਨੂੰ ਕੇਸਰੀ ਰੰਗ ਬੜਾ ਪਿਆਰਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਬਖਸ਼ਿਆ ਹੋਇਆ ਕੇਸਰੀ ਰੰਗ, ਤੇ ਚੈਨਲ ਦਾ ਨਾਮ ਵੀ ਕੇਸਰੀ ਰੱਖਿਆ ਗੁਰਜਿੰਦਰ ਸਿੰਘ ਜੀ ਹੁਣਾਂ ਨੇ। ਜਿੱਥੇ ਕਲਗੀ ਵਾਲੇ ਪਾਤਸ਼ਾਹ ਨੂੰ ਇਹ ਕੇਸਰੀ ਰੰਗ ਪਿਆਰਾ ਸੀ, ਉੱਥੇ ਪੰਥ ਨੂੰ ਇਹ ਚੈਨਲ ਪਿਆਰਾ ਹੈ। ਜਿੱਥੇ ਪੰਥ ਨੂੰ ਚੈਨਲ ਪਿਆਰਾ, ਉੱਥੇ ਬਾਬੇ ਅਵਤਾਰ ਸਿੰਘ ਜੀ ਹੁਣਾਂ ਨੂੰ ਵੀ ਇਹ ਚੈਨਲ ਬੜਾ ਪਿਆਰਾ ਹੈ। ਤੁਸੀਂ ਵੇਖਿਆ ਵੀ ਹਰ ਸਮਾਗਮ ਤੇ ਰਿਕਵਰੀ ਕਰ ਰਹੇ ਨੇ ਕੇਸਰੀ ਚੈਨਲ ਵਾਲੇ ਡਾਕਟਰ ਸਾਹਿਬ ਗੁਰਜਿੰਦਰ ਸਿੰਘ ਜੀ। ਵਾਹਿਗੁਰੂ ਚੜ੍ਹਦੀ ਕਲਾ ਦੀ ਦਾਤ ਬਖਸ਼ੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਰੋਮ ਰੋਮ ਧੰਨਵਾਦ ਕਰਦੇ ਆਪ ਜੀ ਤੋਂ ਅੱਗੇ ਮੰਗ ਰਹੇ ਜੀ। ਵਰਿੰਦਰ ਸਿੰਘ ਜੀ ਕੈਨੇਡਾ, ਬਾਬਾ ਜੀ ਦੇ ਬੇਟੇ। ਅਸੀਂ ਇਕੱਠੇ ਹੀ ਰਹੇ ਜੀ ਟੋਰਾਂਟੋ ਮਾਲਟਨ ਗੁਰਦੁਆਰਾ ਸਿੰਘ ਸਭਾ ਵਿਖੇ। ਬੜੇ ਪਿਆਰੇ ਬਰਖੁਰਦਾਰ ਨੇ ਬਾਬਾ ਜੀ ਦੇ ਬੇਟੇ ਨੇ। ਉਧਰ ਪੱਕੇ ਹੋ ਗਏ। ਹੋ ਹੀ ਜਾਣਾ ਜੀ, ਗੁਣ ਕਰਕੇ ਬੰਦਾ ਹਰ ਥਾਂ ਤੇ ਮਹਿੰਗਾ ਵਿਕਦਾ ਹੈ। ਸਤਿਗੁਰੂ ਕਿਰਪਾ ਕਰੇ, ਉਸ ਬੱਚੇ ਨੂੰ ਵੀ ਚੜ੍ਹਦੀ ਕਲਾ ਦੀ ਦਾਤ ਬਖਸ਼ੇ। ਆਗੇ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।